ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। तू जो सज्जन मैंडिया, डेरी सिस उतार। नैन महिंजे तरस दे, कद बसी दीदार। जे सौ चंदा युग वह, सूरज चढ़ हजार। इते चानण होंदियां, गुर बिन घोर अंधार। बलिहारी गुर अपने, दिहाड़ी सदवार। जिन मानस ते देवते किए, करत न लागी वार। गुरु गुरु गुर कर मन मोर, गुरु बिना मैं नाही होर। गुर की टेक रहो दिन रात, जाकी कोय ना मिटै दात। सो कहो टल गुर सेविया, अहनिस सहज सुभाए। दर्शन परसै गुरु कै, जन्म मरण दुख जाए। सतनाम श्री वाहिगुरु साहिब जीओ। ये शरीरा मेरा, इस जग में आए कर। क्या तुद कर्म कमाया, के कर्म कमाया तुद शरीरा। जा तू जग में आया, ये शरीरा मेरिया, इस जग में आए कर। क्या तुद कर्म कमाया, के कर्म कमाया तुद शरीरा। जा तू जग में आया, जिन हर तेरा रचन रचिया, सो हर मन न वसाया। गुर प्रसादी हर मन वसया, पूरब लिखिया पाया। कह नानक एहो शरीर परवान होआ, जिन सतगुर स्यो चित लाया। गुर प्रसादी हर मन वसया, पूरब लिखिया पाया।
ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵੈ, ਜਿਨ ਸਤਿਗੁਰ ਸਿਓ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਨਿਤਨੇਮ, ਪੰਜ ਬਾਣੀਆਂ ਦਾ ਜਾਪ, ਉਪਰੰਤ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਫਲ ਸਾਰ। ਧੰਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਲੜੀਵਾਰ ਰੂਪ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਅੰਮ੍ਰਿਤ ਬਾਣੀ ਸ੍ਰੀ ਆਨੰਦ ਸਾਹਿਬ ਜੀ ਦੇ ਵਿੱਚੋਂ 35ਵੀਂ ਪੌੜੀ ਦਾ ਆਪਾਂ ਪਾਠ ਸਰਵਣ ਕੀਤਾ ਹੈ। 922 ਅੰਗ ਤੇ ਇਹ ਪਾਵਨ ਪੌੜੀ ਸੋਭਨੀਕ ਹੈ ਔਰ ਆਨੰਦ ਸਾਹਿਬ ਜੀ ਦੀਆਂ ਸੰਪੂਰਨ 40 ਪੌੜੀਆਂ ਹਨ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ 1699 ਈਸਵੀ 30 ਮਾਰਚ ਨੂੰ ਵੈਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਤਾਂ ਉਸ ਵੇਲੇ ਆਪ ਜੀ ਨੇ ਪੰਜ ਬਾਣੀਆਂ ਆਪਣੀ ਰਸਨਾ ਤੋਂ ਪੜ੍ਹੀਆਂ। ਜਿਵੇਂ ਹੁਣ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਆਉਂਦੀ ਹੈ, ਇਤਿਹਾਸ ਵਿੱਚ ਲਿਖਿਆ ਉਦੋਂ 30 ਮਾਰਚ ਨੂੰ ਵਿਸਾਖੀ ਦਾ ਦਿਨ ਆਇਆ ਸੀ। ਬਿਕਰਮੀ ਸੰਮਤ 1756 ਤੇ ਈਸਵੀ ਸੰਨ 1699 ਤੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਪੰਜ ਬਾਣੀਆਂ ਦਾ ਜਾਪ ਕੀਤਾ, ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ, ਫਿਰ ਜਾਪ ਸਾਹਿਬ ਦੀ ਬਾਣੀ ਪੜ੍ਹੀ, ਫਿਰ 10 ਸਵਈਏ ਪੜ੍ਹੇ, ਫਿਰ ਸ੍ਰੀ ਚੌਪਈ ਸਾਹਿਬ ਦਾ ਸੰਪੂਰਨ ਪਾਠ ਕੀਤਾ ਤੇ ਪੰਜਵੇਂ ਸਥਾਨ ਤੇ ਸ੍ਰੀ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕੀਤਾ 40 ਪੌੜੀਆਂ ਦਾ। ਇਹ ਪੰਜ ਬਾਣੀਆਂ ਪੜ੍ਹ ਕੇ ਗਰੀਬ ਨਵਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਪੰਜਾਂ ਸਿੱਖਾਂ ਨੂੰ ਛਕਾ ਕਰਕੇ ਸਿੰਘ ਬਣਾਇਆ ਤੇ ਉਹਨਾਂ ਨੂੰ ਆਖਿਆ ਕਿ ਇਹ ਖਾਲਸਾ ਹੈ, ਇਹ ਪੰਜ ਪਿਆਰੇ ਹਨ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਫਿਰ ਪੰਜਾਂ ਹੀ ਪਿਆਰਿਆਂ ਨੂੰ ਆਖਿਆ ਕਿ ਤੁਸੀਂ ਅੰਮ੍ਰਿਤ ਤਿਆਰ ਕਰੋ ਤੇ ਸਾਨੂੰ ਛਕਾਓ। ਫਿਰ ਪੰਜਾਂ ਹੀ ਪਿਆਰਿਆਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸੀਸ ਝੁਕਾਇਆ। ਇਤਿਹਾਸ ਤੇ ਲੰਮਾ ਹੈ, ਹੋਰ ਵੀ ਗੱਲਬਾਤ ਹੋਈ,
ਤੇ ਫਿਰ 5 ਬਾਣੀਆਂ ਪੜ੍ਹ ਕੇ ਪੰਜਾਂ ਨੇ ਅੰਮ੍ਰਿਤ ਤਿਆਰ ਕੀਤਾ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਸੇ ਤਰ੍ਹਾਂ ਛਕਾਇਆ। ਫਿਰ ਬਾਕੀ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਇਆ, ਜਿਸ ਵਿੱਚ ਗੁਰੂ ਸਾਹਿਬ ਜੀ ਦੇ ਮਾਤਾ ਜੀ ਨੇ, ਮਾਤਾ ਗੁਜਰ ਕੌਰ ਜੀ ਨੇ ਅੰਮ੍ਰਿਤ ਛਕਿਆ। ਪਹਿਲਾ ਨਾਮ ਮਾਤਾ ਗੁਜਰੀ ਸੀ, ਅੰਮ੍ਰਿਤ ਛਕ ਕੇ ਕੌਰ ਨਾਮ ਨਾਲ ਲਾਇਆ ਪੰਜਾਂ ਸਿੰਘਾਂ ਨੇ। ਗੁਰੂ ਕੇ ਧਰਮ ਪਤਨੀਆਂ ਨੇ ਅੰਮ੍ਰਿਤ ਛਕਿਆ। ਮਾਤਾ ਸੁੰਦਰੀ ਜੀ ਸੁੰਦਰ ਕੌਰ ਹੋਏ, ਮਾਤਾ ਜੀਤੋ ਜੀ ਅਜੀਤ ਕੌਰ ਹੋਏ। ਚੌਹਾਂ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ। ਤਾਂ ਹੀ ਚੌਹਾਂ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਸਿੰਘ ਪਦ ਆਉਂਦਾ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਪੰਜਾਂ ਪਿਆਰਿਆਂ ਤੋਂ ਬਾਅਦ ਜੋ ਸੰਗਤ ਵਿੱਚੋਂ 5 ਸਿੱਖ ਹੋਰ ਉੱਠੇ ਸੀ, ਉਹਨਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਤੇ ਆਖਿਆ ਇਹ 5 ਮੁਕਤੇ ਹਨ ਸਾਡੇ। ਉਹਨਾਂ ਦਾ ਨਾਮ ਇਤਿਹਾਸ ਵਿੱਚ ਆਇਆ ਹੈ, ਭਾਈ ਦੇਵਾ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ। ਉਹਨਾਂ ਨੂੰ 5 ਮੁਕਤੇ ਹੋਣ ਦਾ ਖਿਤਾਬ ਦਿੱਤਾ। ਫਿਰ ਵਿਸਾਖੀ ਦੇ ਦਿਹਾੜੇ ਤੇ ਸ਼ਾਮ ਤੀਕ ਮਾਈ ਭਾਈ ਬਜ਼ੁਰਗ ਬੱਚੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤ ਛਕਦੇ ਰਹੇ। ਤਾਂ ਇੱਕੇ ਦਿਨ ਹੀ ਸ਼ਾਮ ਤੀਕ 20,000 ਸੰਗਤ ਨੇ ਅੰਮ੍ਰਿਤ ਛਕਿਆ ਸੀ ਵਿਸਾਖੀ ਵਾਲੇ ਦਿਨ। ਤੇ ਥੋੜੀ ਗਿਣਤੀ ਨਹੀਂ ਹੁੰਦੀ 20,000 ਦੀ। 20,000 ਨੂੰ ਅੰਮ੍ਰਿਤ ਤਿਆਰ ਕਰਕੇ 5 ਬਾਣੀਆਂ ਪੜ੍ਹ ਕੇ ਤੇ ਅੰਮ੍ਰਿਤ ਤਿਆਰ ਕਰਕੇ ਅਰਦਾਸ ਬੇਨਤੀ ਕਰਕੇ ਛਕਾਉਣਾ ਤੇ ਗੁਰ ਮੰਤਰ ਮੂਲ ਮੰਤਰ ਦ੍ਰਿੜ ਕਰਾਉਣਾ। ਫਿਰ 5 ਕਕਾਰਾਂ ਦੀ ਰਹਿਤ ਦੱਸਣੀ, ਫਿਰ ਪ੍ਰੀਤਾਂ ਦਾ ਤਿਆਗ ਕਰਨਾ ਦੱਸਣਾ। ਸਾਰੀ ਰਹਿਤ ਮਰਿਆਦਾ ਦੱਸਣ ਤੇ ਵੀ ਕਿੰਨਾ ਸਮਾਂ ਲੱਗਦਾ। ਇਸ ਕਰਕੇ ਸ਼ਾਮ ਤੀਕ 20,000 ਸੰਗਤ ਨੇ ਅੰਮ੍ਰਿਤ ਛਕਿਆ ਸੀ ਪਹਿਲੇ ਦਿਨ। ਅਗਲੇ ਦਿਨ ਫੇਰ ਅੰਮ੍ਰਿਤ ਤਿਆਰ ਹੋਇਆ ਸੀ, ਫੇਰ ਇੰਨੀ ਸੰਗਤ ਨੇ ਛਕਿਆ। ਅਗਲੇ ਦਿਨ ਫੇਰ ਅੰਮ੍ਰਿਤ ਤਿਆਰ ਹੋਇਆ। ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੀਕ ਬਾਟੇ ਦੇ ਵਿੱਚ ਖੰਡਾ ਖੜਕੀ ਜਾਂਦਾ, ਅੰਮ੍ਰਿਤ ਤਿਆਰ ਹੋਈ ਜਾਂਦਾ ਤੇ ਸੰਗਤਾਂ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਰਹੀਆਂ, ਗੁਰੂ ਵਾਲੇ ਬਣ ਰਹੇ। ਕਹਿਣ ਤੋਂ ਭਾਵ ਇਹ ਕਿ ਸਤਿਗੁਰੂ ਜੀ ਨੇ ਅੰਮ੍ਰਿਤ ਦੀਆਂ 5 ਬਾਣੀਆਂ ਵਿੱਚ 5ਵੇਂ ਸਥਾਨ ਤੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਔਰ ਫਿਰ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਜੋ ਇਹ ਅੰਮ੍ਰਿਤ ਤਿਆਰ ਕਰਨ ਵੇਲੇ 5 ਬਾਣੀਆਂ ਪੜ੍ਹੀਆਂ ਵਾ, ਇਹਨਾਂ 5 ਬਾਣੀਆਂ ਦਾ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਰੋਜ਼ 5 ਬਾਣੀਆਂ ਦਾ ਨਿਤਨੇਮ ਕਰਨਾ। ਇਸੇ ਕਰਕੇ ਗੁਰੂ ਅਸਥਾਨਾਂ ਦੇ ਉੱਤੇ ਵੀ, ਗੁਰੂ ਘਰਾਂ ਦੇ ਅੰਦਰ ਵੀ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ 5 ਬਾਣੀਆਂ ਦਾ ਹੀ ਪਾਠ ਹੁੰਦਾ। ਇੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਵੀ ਹਰ ਰੋਜ਼ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਹੁੰਦਾ। ਉਸ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿੱਚ। ਇਸੇ ਤਰ੍ਹਾਂ ਬਾਕੀ ਅਸਥਾਨਾਂ ਦੇ ਉੱਤੇ, ਇਤਿਹਾਸਕ ਅਸਥਾਨਾਂ ਤੇ ਵੀ, ਪਿੰਡਾਂ ਸ਼ਹਿਰਾਂ ਵਿੱਚ, ਸਾਰੇ ਹੀ ਦੇਸ਼ ਵਿਦੇਸ਼ ਵਿੱਚ ਸਭ ਥਾਵਾਂ ਤੇ ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਗੁਰੂ ਘਰਾਂ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਜੇ ਜਿੰਨੀ ਮਹਾਰਾਜ ਸਮਰੱਥਾ ਬਖਸ਼ਦੇ ਆ, ਪਿੰਡਾਂ ਵਿੱਚ ਵੀ ਗੁਰਸਿੱਖ 5 ਬਾਣੀਆਂ ਪੜ੍ਹਨ ਤੋਂ ਬਾਅਦ ਜੇ ਗੁਰੂ ਸਾਹਿਬ ਬਲ ਦੇਣ ਤਾਂ ਸੁਖਮਨੀ ਸਾਹਿਬ ਦਾ ਪਾਠ ਵੀ ਸਿੱਖ ਕਰਦੇ। ਕੋਈ ਆਸਾ ਕੀ ਵਾਰ ਦਾ ਨਿਤਨੇਮ ਕਰ ਲੈਂਦਾ ਹੈ, ਕੋਈ ਇਸੇ ਤਰ੍ਹਾਂ ਸ਼ਬਦ ਹਜ਼ਾਰੇ ਬਾਣੀ ਦਾ ਨਿਤਨੇਮ ਕਰਦਾ ਹੈ, ਕੋਈ ਹੋਰ ਬਾਣੀ ਦਾ ਨਿਤਨੇਮ ਕਰਦਾ। ਪਰ ਸਭ ਤੋਂ ਪਹਿਲਾਂ 5 ਬਾਣੀਆਂ ਦਾ ਨਿਤਨੇਮ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਹੀ ਨਿਤਨੇਮ ਬਖਸ਼ਿਆ। ਤਾਂ ਇਹ ਅੰਮ੍ਰਿਤ ਬਾਣੀ, ਅੰਮ੍ਰਿਤ ਤਿਆਰ ਕਰਨ ਵੇਲੇ ਵੀ 5 ਬਾਣੀਆਂ 'ਚ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਅੰਮ੍ਰਿਤ ਵੇਲੇ ਵੀ 5 ਬਾਣੀਆਂ ਦੇ ਵਿੱਚ ਗੁਰਸਿੱਖ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ। ਇਹ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਰਹਿਰਾਸ ਸਾਹਿਬ ਦੇ ਵਿੱਚ ਵੀ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ ਜਾਂਦੀਆਂ। ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ
ਇਸੇ ਤਰ੍ਹਾਂ ਬਾਕੀ ਜਿੰਨੇ ਵੀ ਕਾਰਜ ਹਨ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਹੋਣੀ ਹੈ ਤੇ ਕੜਾਹ ਪ੍ਰਸ਼ਾਦ ਦੀ ਦੇਗ ਤੋਂ ਪਹਿਲਾਂ ਭਾਵੇਂ ਖੁਸ਼ੀ ਦਾ ਸਮਾਗਮ ਹੋਵੇ, ਭਾਵੇਂ ਗਮੀ ਦਾ ਹੋਵੇ, ਭਾਵੇਂ ਜਨਮ ਦਾ ਹੋਵੇ, ਭਾਵੇਂ ਮਰਨ ਦਾ ਹੋਵੇ, ਜਦੋਂ ਵੀ ਗੁਰੂ ਕੇ ਚਰਨਾਂ 'ਚ ਅਰਦਾਸ ਹੋਣੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਦੀ, ਤਾਂ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹਰ ਮੌਕੇ ਦੇ ਉੱਤੇ। ਭਾਵੇਂ ਵਿਆਹ ਦਾ ਕਾਰਜ ਹੋਵੇ, ਉਸੇ ਦਾ ਤਾਂ ਨਾਮ ਹੀ ਇਸੇ ਕਰਕੇ ਆਨੰਦ ਸਾਹਿਬ ਤੋਂ ਆਨੰਦ ਕਾਰਜ ਰੱਖਿਆ, ਆਨੰਦ ਕਾਰਜ। ਤਾਂ ਐਸੀ ਪਵਿੱਤਰ ਬਾਣੀ ਜੋ 917 ਅੰਗ ਤੋਂ ਆਰੰਭ ਹੁੰਦੀ ਹੈ ਤੇ 922 ਅੰਗ ਤੇ ਸੰਪੂਰਨ ਹੁੰਦੀ ਹੈ, ਇਸ ਪਾਵਨ ਬਾਣੀ ਦੇ ਅੰਦਰ 35ਵੀਂ ਪੌੜੀ ਅੰਦਰ ਅੱਜ ਦਾ ਪਵਿੱਤਰ ਉਪਦੇਸ਼ ਸਰੀਰ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸਰੀਰ ਨੂੰ ਸੰਬੋਧਨ ਹੋ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੁੱਛਦੇ ਹਨ, ਸਾਨੂੰ ਸੰਸਾਰੀ ਜੀਵਨ ਨੂੰ ਸਿੱਖਿਆ ਦਿੰਦੇ ਆ ਕਿ ਭਾਈ ਆਪਣੇ ਸਰੀਰ ਨਾਲ ਗੱਲ ਕਰੋ, ਆਪਣੇ ਸਰੀਰ ਤੋਂ ਪੁੱਛੋ ਕਿ ਸਰੀਰਾ ਤੂੰ ਸੰਸਾਰ ਵਿੱਚ ਕੀ ਕਰਨ ਵਾਸਤੇ ਆਇਆ ਹੈ ਤੇ ਕੀ ਕਰ ਰਿਹਾ ਹੈ। ਤਾਂ 35ਵੀਂ ਪੌੜੀ ਅੰਦਰ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ। ਇਹ ਸਰੀਰਾ ਮੇਰਿਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਰੀਰ ਦੇ ਨਾਲ ਗੱਲ ਕਰਦੇ ਅਥਵਾ ਸਾਨੂੰ ਕਹਿੰਦੇ ਆ ਕਿ ਇਹ ਸੰਸਾਰ ਦੇ ਜੀਵੋ ਆਪਣੇ ਸਰੀਰ ਨੂੰ ਪੁੱਛੋ ਇਹ ਗੱਲ, ਇਹ ਸਰੀਰਾ ਮੇਰਿਆ ਕਿ ਮੇਰਿਆ ਸਰੀਰਾ ਇਸ ਜੱਗ ਮਹਿ ਆਏ ਕੈ। ਤੂੰ ਇਸ ਜੱਗ ਦੇ ਵਿੱਚ ਆਇਆ ਹੈ ਤੇ ਇਸ ਜੱਗ ਦੇ ਵਿੱਚ ਆ ਕਰਕੇ ਜਨਮ ਲੈ ਕਰਕੇ ਕਿਆ ਤੁਧ ਕਰਮ ਕਮਾਇਆ। ਤੂੰ ਕਿਹੜਾ ਕਰਮ ਕਮਾਇਆ ਹੈ? ਕਿਆ ਤੁਧ ਕਰਮ ਕਮਾਇਆ। ਤੁਧ ਵੀ ਸਰੀਰ ਤੈਨੇ ਤੂੰ ਕਿਹੜਾ ਕਰਮ ਕਮਾਇਆ, ਕੀ ਕੰਮ ਕੀਤਾ ਹੈ ਤੂੰ? ਕਿਆ ਤੁਧ ਕਰਮ ਕਮਾਇਆ ਭਾਵ ਕਿ ਜਿਸ ਕਰਮ ਕਰਨ ਵਾਸਤੇ ਤੂੰ ਆਇਆ ਸੀ ਉਹ ਕਰਮ ਤੂੰ ਕੀਤਾ ਇਸ ਸੰਸਾਰ ਵਿੱਚ ਆ ਕੇ ਕਿ ਨਹੀਂ ਕੀਤਾ? ਤੈਨੂੰ ਪਤਾ ਵੀ ਹੈ ਵੀ ਤੂੰ ਆਇਆ ਕੀ ਕਰਨ ਵਾਸਤੇ? ਮਾਰੇ ਕਹਿੰਦੇ ਸਰੀਰ ਨੂੰ ਪੁੱਛ ਗਏ, ਆਪਣੇ ਨੂੰ, ਆਪਣੇ ਆਪ ਨਾਲ ਗੱਲ ਕਰੀਏ, ਆਪਣੇ ਸਰੀਰ ਨਾਲ ਗੱਲ ਕਰੀਏ ਵੀ ਇਸ ਜੱਗ ਵਿੱਚ ਤਾਂ ਤੂੰ ਆਇਆ ਹੈ, ਤੈਨੂੰ ਪਤਾ ਵੀ ਹੈ ਵੀ ਆਇਆ ਕੀ ਕਰਨ ਵਾਸਤੇ? ਜੇ ਪਤਾ ਹੀ ਨਹੀਂ ਹੈ ਤਾਂ ਫੇਰ ਆ ਕੇ ਤੂੰ ਕਰੇਗਾ ਵੀ ਕੀ? ਜੇ ਤੈਨੂੰ ਪਤਾ ਹੀ ਨਹੀਂ ਹੈ ਵੀ ਮੈਂ ਕਰਨ ਕੀ ਆਇਆ, ਤੇਰੀ ਮੰਜ਼ਿਲ ਕੀ ਹੈ, ਤੂੰ ਕਿੱਥੋਂ ਤੁਰਿਆ ਹੈ, ਕਿੱਥੇ ਆਇਆ ਹੈ, ਕਿੱਥੇ ਪਹੁੰਚਣਾ ਹੈ, ਕੀ ਤੈਨੂੰ ਪਤਾ ਹੈ ਤੂੰ ਕਿੱਥੋਂ ਆਇਆ? ਤੂੰ ਤੁਰਿਆ ਕਿੱਥੋਂ ਹੈ, ਆਇਆ ਕਿੱਥੇ ਹੈ ਤੇ ਜਾਣਾ ਕਿੱਥੇ ਹੈ? ਤੇਰੀ ਮੰਜ਼ਿਲ ਕੀ ਹੈ, ਤੇਰਾ ਮਨੋਰਥ ਕੀ ਹੈ, ਤੇਰਾ ਪ੍ਰਯੋਜਨ ਕੀ ਹੈ, ਤੇਰਾ ਆਉਣ ਦਾ, ਰਹਿਣ ਦਾ, ਜਾਣ ਦਾ ਮਤਲਬ ਕੀ ਹੈ? ਇਹ ਸਰੀਰਾ ਮੇਰਿਆ, ਵੀ ਮੇਰਿਆ ਸਰੀਰਾ ਦੱਸ ਮੈਨੂੰ ਇਸ ਜੱਗ ਮਹਿ ਆਏਗਾ, ਇਸ ਜੱਗ ਦੇ ਵਿੱਚ ਆ ਕਰਕੇ ਜਿਹੜਾ ਜੱਗ ਹੈ ਨਾ ਸਾਧ ਸੰਗਤ ਜੀ, ਇਸ ਨੂੰ ਬਾਣੀ ਵਿੱਚ ਜਗਤ ਵੀ ਆਖਿਆ ਹੈ, ਆਪਾਂ ਵੀ ਆਪਣੀ ਬੋਲੀ ਦੇ ਵਿੱਚ ਜਗਤ ਵੀ ਕਹਿ ਦਿੰਦੇ ਹਾਂ, ਦੁਨੀਆ ਵੀ ਕਹਿ ਦਿੰਦੇ ਹਾਂ, ਸੰਸਾਰ ਵੀ ਕਹਿ ਦਿੰਦੇ ਹਾਂ, ਜੱਗ ਵੀ ਆਖਿਆ ਜਾਂਦਾ। ਇਹਦੇ ਕਈ ਨਾਮ ਹਨ, ਦੁਨੀਆ, ਸੰਸਾਰ, ਜਗਤ, ਜੱਗ। ਤਾਂ ਇਹਦਾ ਜੱਗ ਦਾ ਅਰਥ ਇੱਕੋ ਇਹੀ ਹੈ ਕਿ ਜਿਹੜਾ ਪੈਦਾ ਹੋ ਰਿਹਾ ਤੇ ਖਤਮ ਹੋ ਰਿਹਾ, ਜਨਮ ਰਿਹਾ ਹੈ ਤੇ ਮਰ ਰਿਹਾ ਹੈ, ਉਸ ਨੂੰ ਕਹਿੰਦੇ ਆ ਜੱਗ। ਜਿਹੜਾ ਜੱਜਾ ਅੱਖਰ ਹੈ ਨਾ, ਜੱਜਾ ਅੱਖਰ, ਜੱਜਾ ਤੇ ਗੱਗਾ, ਆਮ ਸਕੂਲੀ ਪੜ੍ਹਾਈ 'ਚ ਕਹਿੰਦੇ ਜੀਜਾ, ਪਰ ਗੁਰਬਾਣੀ 'ਚ ਮਹਾਰਾਜ ਨੇ ਜੋ 35 ਅੱਖਰਾਂ ਦੁਆਰਾ ਉਪਦੇਸ਼ ਦਿੱਤਾ ਉੱਥੇ ਜੱਜਾ ਹੈ।
ਆਮ ਸਕੂਲੀ ਪੜ੍ਹਾਈ 'ਚ ਕਿਹਾ ਜਾਂਦਾ ਹੈ ਚਿੱਚਾ ਸ਼ਿਕਸ਼ਾ ਜਿੱਜਾ ਝਿੱਜਾ ਨਿੰਝਾ, ਇਸ ਤਰੀਕੇ ਨਾਲ। ਪਰ ਜਦੋਂ ਗੁਰਬਾਣੀ 'ਚ ਆਪਾਂ ਪੱਟੀ ਲਿਖੀ ਬਾਣੀ ਪੜ੍ਹਦੇ ਹਾਂ, ਉੱਥੇ ਆਉਂਦਾ ਚੱਚਾ ਛੱਛਾ ਜੱਜਾ ਝੱਜਾ ਨਿੰਝਾ। ਤਾਂ ਇਹ ਜੱਜਾ ਅੱਖਰ ਜਿਹੜਾ ਹੈ ਇਹ ਪਦੈਸ਼ ਦਾ ਵਾਚਕ ਹੈ, ਉਤਪਤੀ ਦਾ ਵਾਚਕ ਹੈ। ਜਿਵੇਂ ਚੌਪਈ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਅੰਡਜ, ਹੁਣ ਅੰਡਜ ਦੇ ਪਿਛਲਾ ਜਿਹੜਾ ਅੱਖਰ ਉਹ ਜੱਜਾ ਹੈ। ਜੇਰਜ, ਜੇਰਜ ਦਾ ਪਿਛਲਾ ਅੱਖਰ ਵੀ ਜੱਜਾ। ਸੇਤਜ, ਹੁਣ ਸੇਤ ਦੇ ਪਿੱਛੇ ਜੱਜਾ ਅੱਖਰ ਲਿਖਿਆ ਹੋਇਆ ਸੇਤਜ। ਤੇ ਉਤਭੁਜ, ਇਹਨਾਂ ਚੌਹਾਂ ਹੀ ਪਦਾਂ ਦੇ ਪਿਛਲਾ ਅੱਖਰ ਜਿਹੜਾ ਉਹ ਜੱਜਾ ਹੈ। ਤੇ ਜੱਜੇ ਦਾ ਅਰਥ ਗੁਰਮੁਖਾਂ ਨੇ ਕੀਤਾ ਹੈ ਵੀ ਇਹ ਉਤਪਤੀ ਦਾ ਵਾਚਕ ਹੈ, ਪਦੈਸ਼ ਦਾ ਵਾਚਕ ਹੈ। ਵੀ ਅੰਡਜ ਜਿਹੜੇ ਅੰਡਿਆਂ ਤੋਂ ਜਦ ਪੈਦਾ ਹੋਏ ਆ ਉਹ ਜੀਵ, ਜੇਰਜ ਜਿਹੜੇ ਜੇਰ ਤੋਂ ਪੈਦਾ ਹੋਏ ਆ, ਸੇਤਜ ਸੇਤ ਨਾਮ ਹੈ ਪਸੀਨੇ ਦਾ, ਮੁੜਕੇ ਦਾ ਜਿਹੜੇ ਪਸੀਨੇ ਤੋਂ ਜਾ ਪੈਦਾ ਹੋਏ। ਤੇ ਉਤਪੁਜ ਅਜੋ ਧਰਤੀ ਤੋਂ ਬਨਸਪਤੀ ਫਸਲਾਂ ਆਦਿ। ਤਾਂ ਜੱਗ ਜਿਸ ਵੇਲੇ ਜੱਜਾ ਤੇ ਗੱਗਾ, ਜੱਜੇ ਤੋਂ ਭਾਵ ਹੈ ਜਿਹੜਾ ਪੈਦਾ ਹੋ ਰਿਹਾ ਹੈ, ਤੇ ਗੱਗੇ ਤੋਂ ਭਾਵ ਹੈ ਜਿਹੜਾ ਗਤ ਸਮਾਪਤ ਹੋ ਰਿਹਾ, ਨਾਸ ਹੋ ਰਿਹਾ। ਇਸੇ ਤਰ੍ਹਾਂ ਜਗਤ ਜਾਂ ਪੈਦਾ ਹੋ ਰਿਹਾ ਤੇ ਗਤ ਨਾਸ ਹੋ ਰਿਹਾ। ਇਸੇ ਤਰ੍ਹਾਂ ਇਹਦਾ ਜਿੱਥੇ ਨਾਮ ਜੱਗ ਹੈ, ਜਗਤ ਹੈ, ਉੱਥੇ ਇਹਦਾ ਨਾਮ ਦੁਨੀਆ ਹੈ। ਤੇ ਦੁਨੀਆ ਦਾ ਅਰਥ ਵੀ ਇਹੀ ਕੀਤਾ ਜਿਹੜੀ ਪੈਦਾ ਹੋ ਰਹੀ ਹੈ ਤੇ ਖਤਮ ਹੋ ਰਹੀ ਹੈ। ਦੁਨੀਆ ਦੋ ਨੀਆਂ ਵਾਲੀ, ਦੋ ਨੀਆਂ ਜਿਸ ਦੀਆਂ, ਕਿਹੜੀਆਂ ਨੀਆਂ? ਦੋ, ਇੱਕ ਜਨਮ ਦੀ ਤੇ ਇੱਕ ਮਰਨ ਦੀ। ਇਹਨਾਂ ਦੋਵਾਂ ਨੀਆਂ ਤੇ ਖਲੋਤੀ ਆ ਦੁਨੀਆ। ਜਨਮ ਹੋ ਰਿਹਾ ਹੈ ਤੇ ਮਰਨ ਹੋ ਰਿਹਾ ਹੈ, ਬਲਕਿ ਮਰਨ ਦੀ ਨੀਂਹ ਪਹਿਲਾਂ ਰੱਖੀ ਹੈ ਤੇ ਜਨਮ ਦੀ ਨੀਂਹ ਬਾਅਦ ਵਿੱਚ ਰੱਖੀ ਹੈ। ਜਿਹਨੇ ਜਨਮ ਦਿੱਤਾ ਨਾ ਉਹਨੇ ਮਰਨ ਦੀ ਨੀਂਹ ਪਹਿਲਾਂ ਰੱਖ ਕੇ ਮਰਨ ਦਾ ਦਿਨ ਜਿਹੜਾ ਹੈ ਨਾ ਉਹ ਪਹਿਲਾਂ ਗਿਣ ਮਿਥ ਕੇ ਫਿਰ ਜਨਮ ਦਿੱਤਾ। ਇਸੇ ਨੂੰ ਬਾਣੀ ਚ ਆਖਿਆ ਮਰਨ ਲਿਖਾਏ ਮੰਡਲ ਮਹਿ ਆਏ। ਔਰ ਇਸ ਲੋਕ ਨੂੰ ਮਾਤ ਲੋਕ ਵੀ ਆਖਿਆ ਜਾਂਦਾ ਹੈ। ਮਾਤ ਲੋਕ ਭਾਵ ਜਿੱਥੇ ਮਾਤਾ ਤੋਂ ਜਨਮ ਹੋ ਰਿਹਾ, ਮਾਂ ਤੋਂ ਜਨਮ ਹੋ ਰਿਹਾ, ਮਾਤ ਲੋਕ। ਮਾਤਾ ਪਿਤਾ ਜਿਸ ਥਾਂ ਦੇ ਉੱਤੇ। ਪਰ ਇਸ ਨੂੰ ਮ੍ਰਿਤ ਲੋਕ ਵੀ ਆਖਿਆ, ਮ੍ਰਿਤ ਲੋਕ। ਕੱਲਾ ਮਾਤ ਲੋਕ ਹੀ ਨਹੀਂ ਹੈ, ਇਹ ਮ੍ਰਿਤੂ ਲੋਕ ਵੀ ਹੈ, ਮੌਤ ਦਾ ਲੋਕ ਵੀ ਹੈ। ਜਿੱਥੇ ਜਨਮ ਹੋ ਰਿਹਾ ਹੈ ਮਾਤਾ ਦੀ ਕੁੱਖ ਤੋਂ, ਤੇ ਉੱਥੇ ਮੌਤ ਵੀ ਹੋ ਰਹੀ ਹੈ ਨਾਲ। ਇਸ ਕਰਕੇ ਗੁਰਬਾਣੀ ਚ ਇਸ ਨੂੰ ਆਖਿਆ ਮ੍ਰਿਤ ਮੰਡਲ। ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਗਾਈ, ਜਿਉ ਕਾਗਦ ਬੂੰਦਾਰ। ਇਹ ਜਗ ਜਿਹੜਾ ਹੈ ਐਸਾ ਹੈ, ਨਾਸਵਾਨ ਹੈ। ਤਾਂ ਇਸ ਨਾਸਵਾਨ ਸੰਸਾਰ ਦੇ ਵਿੱਚ ਹੇ ਸਰੀਰਾ ਤੂੰ ਆਇਆ ਹੈ, ਜਿਸ ਜਗ ਦੇ ਵਿੱਚ ਤੇਰੇ ਤੋਂ ਪਹਿਲਾਂ ਵੀ ਕਈ ਆਏ, ਬੜੇ ਵੱਡੇ ਵੱਡੇ ਆਏ, ਕਈ ਰਿਸ਼ੀ ਆਏ, ਕਈ ਮੁਨੀ ਆਏ, ਕਈ ਅਵਤਾਰ ਵੀ ਆਏ, ਅਵਤਾਰ ਪੀਰ ਵੀ ਆਏ, ਪੈਗੰਬਰ ਵੀ ਆਏ, ਔਲੀਏ ਵੀ ਆਏ, ਸਾਧੂ ਵੀ ਆਏ, ਸੰਤ ਭਗਤ ਵੀ ਆਏ ਸੰਸਾਰ ਵਿੱਚ। ਪਰ ਆਪਣੇ ਸਮੇਂ ਨਾਲ ਸਭ ਨੂੰ ਇੱਥੋਂ ਕੂਚ ਕਰਨਾ ਪਿਆ। ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਵੀ ਕਥਨ ਕੀਤਾ ਹੈ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮਨ ਜਨ ਸੇਵਾ। ਭਾਵੇਂ ਉਹਨਾਂ ਨੇ ਸੇਵਾ ਕੀਤੀ ਹੈ ਪਰ ਜਾਣਾ ਉਹਨਾਂ ਨੂੰ ਵੀ ਪਿਆ। ਇਸ ਨਾਸਵਾਨ ਸੰਸਾਰ ਹੈ, ਇਸ ਵਿੱਚ ਮੇਰਿਆ ਸਰੀਰਾ ਤੂੰ ਹੀ ਆਇਆ ਹੈ, ਤੇ ਤੂੰ ਕੀ ਕਰਮ ਕਰ ਰਿਹਾ ਇਸ ਦੇ ਵਿੱਚ? ਕਿ ਤੂੰ ਵੀ ਕੋਈ ਚੰਗਾ ਕਰਮ ਕਰ ਰਿਹਾ ਹੈ ਕਿ ਨਹੀਂ? ਜਿਸ ਕਰਮ ਨੂੰ ਕਰਨ ਵਾਸਤੇ ਇਸ ਸੰਸਾਰ ਵਿੱਚ ਆਇਆ ਉਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ?
ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਤੂੰ ਕਿਹੜਾ ਕਰਮ ਕਮਾਇਆ ਹੈ, ਕਿਹੜਾ ਕਰਮ ਤੂੰ ਕੀਤਾ ਹੈ, ਕਿਹੜਾ ਕਰਮ ਕਰ ਰਿਹਾ ਹੈ। ਇਸ ਸੰਸਾਰ ਦੇ ਵਿੱਚ ਤੂੰ ਆਇਆ ਹੈ, ਇੱਕ ਦਿਨ ਤੂੰ ਹੀ ਚਲੇ ਜਾਣਾ, ਕਿਉਂਕਿ ਤੇਰੇ ਵੱਡੇ ਵਡੇਰੇ ਚਲੇ ਗਏ। ਜਿਨ੍ਹਾਂ ਤੋਂ ਤੇਰਾ ਜਨਮ ਹੋਇਆ ਉਹ ਵੀ ਚਲੇ ਗਏ, ਮਾਪੇ ਵੀ ਚਲੇ ਗਏ, ਤੇਰੇ ਖਾਨਦਾਨ ਵਾਲੇ, ਤੇਰੀ ਕੁਲ ਵਾਲੇ, ਦਾਦੇ ਪੜਦਾਦੇ ਵੀ ਨਾ ਇੱਥੇ ਰਹਿ ਸਕੇ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ ਹੈ। ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣ ਹੋਏ। ਤੇਰੇ ਕੋਲੋਂ ਚਲੇ ਗਏ ਪਰ ਤੈਨੂੰ ਹਾਲੇ ਪਤੀਆਵਾ ਨਹੀਂ ਆਇਆ, ਅਜੇ ਵੀ ਭਰੋਸਾ ਨਹੀਂ ਤੈਨੂੰ ਆਇਆ। ਇਸ ਸੰਸਾਰ ਦੇ ਵਿੱਚੋਂ ਰਾਮ ਗਇਓ, ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਜਿਸ ਜੱਗ ਵਿੱਚ ਅੱਜ ਸਰੀਰਾ ਤੂੰ ਆਇਆ, ਇੱਥੋਂ ਕਈ ਆਏ ਤੇ ਕਈ ਚਲੇ ਗਏ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਕੂੜੈ ਮੋਹਿ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਇਸ ਕਰਕੇ ਬੇਨਤੀ ਕਰ ਕਿਰਪਾ ਨਿਧਾਨ, ਨਾਨਕ ਕਉ ਕਰਹੁ ਦਾਤ। ਨਾਮ ਤੇਰਾ ਜਪੀ ਦਿਨ ਰਾਤ। ਇਹ ਸਰੀਰਾ ਮੇਰਿਆ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੁੱਛੀਏ ਇਸ ਸਰੀਰ ਨੂੰ ਕਿ ਮੇਰਿਆ ਸਰੀਰਾ, ਇਸ ਜੱਗ ਵਿੱਚ ਆ ਕਰਕੇ ਤੂੰ ਕਿਹੜਾ ਕਰਮ ਕਮਾਇਆ, ਕਿਹੜਾ ਕਰਮ ਕੀਤਾ ਹੈ। ਕਿ ਕਰਮ ਕਮਾਇਆ ਤੁਧ ਸਰੀਰਾ। ਇਹ ਸਰੀਰਾ ਕੀ ਤੂੰ ਉਹ ਕਰਮ ਕਮਾਇਆ ਹੈ, ਉਹ ਕੰਮ ਤੂੰ ਇਸ ਸੰਸਾਰ ਵਿੱਚ ਆ ਕੇ ਕੀਤਾ ਹੈ। ਜਾ ਤੂੰ ਜਗ ਮਹਿ ਆਇਆ। ਜਿਸ ਕਰਮ ਦੇ ਕਰਨ ਵਾਸਤੇ ਤੂੰ ਜੱਗ ਵਿੱਚ ਆਇਆ, ਕੀ ਤੈਨੂੰ ਪਤਾ ਹੈ ਵੀ ਮੈਂ ਕਿਹੜਾ ਕਰਮ ਕਰਨ ਵਾਸਤੇ ਆਇਆ ਸੰਸਾਰ ਵਿੱਚ? ਕੀ ਜਿਸ ਕਰਮ ਦੇ ਕਰਨ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈ, ਉਹ ਕੰਮ ਤੂੰ ਕੀਤਾ ਹੈ? ਕੀ ਤੈਨੂੰ ਪਤਾ ਹੈ ਸਰੀਰਾ ਵੀ ਤੂੰ ਕਿਹੜਾ ਕੰਮ ਕਰਨ ਵਾਸਤੇ ਆਇਆ ਸੰਸਾਰ ਦੇ ਵਿੱਚ? ਮਹਾਰਾਜ ਕਹਿੰਦੇ ਇਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰਨ ਵਾਸਤੇ ਆਇਆ, ਇਹ ਭੁੱਲ ਹੀ ਗਿਆ। ਗੁਰੂ ਦੀ ਇਸੇ ਕਰਕੇ ਲੋੜ ਪੈਂਦੀ ਹੈ, ਗੁਰੂ ਚੇਤਾ ਕਰਾਉਂਦਾ ਹੈ ਕਿ ਬੰਦਿਆ ਤੂੰ ਭੁੱਲ ਗਿਆ ਜੋ ਕਰਨ ਵਾਸਤੇ ਆਇਆ ਵਾ, ਤੂੰ ਤਾਂ ਹੋਰ ਹੀ ਕੁਝ ਕਰੀ ਫਿਰਦਾ। ਮਹਾਰਾਜ ਨੇ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਵਾਸਤੇ ਆਇਆ? ਇਹ ਕਹਿੰਦਾ ਵੀ ਖਾਣ ਪੀਣ ਵਾਸਤੇ ਹੀ ਆਏ ਸੰਸਾਰ ਤੇ, ਹੋਰ ਕੀ ਕਰਨ ਵਾਸਤੇ ਆਏ? ਕਿ ਚੰਗਾ ਖਾ ਲੈਣਾ ਚਾਹੀਦਾ, ਪੀ ਲੈਣਾ ਚਾਹੀਦਾ, ਰੱਜ ਪੁੱਜ ਕੇ ਘਰਾੜੇ ਮਾਰ ਲੈਣੇ ਚਾਹੀਦੇ, ਸੌਂ ਲੈਣਾ ਚਾਹੀਦਾ, ਫਿਰ ਸਵੇਰੇ ਉੱਠ ਪੈਣਾ ਚਾਹੀਦਾ, ਸਾਰੀ ਦਿਹਾੜੀ ਫਿਰ ਦਿਨ 'ਚ 3-4 ਵਾਰੀ ਪ੍ਰਸ਼ਾਦਾ ਪਾਣੀ ਛਕ ਲੈਣਾ ਚਾਹੀਦਾ। ਆਹ ਕੁਝ ਕਰਨ ਵਾਸਤੇ ਆਏ ਸੰਸਾਰ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਵੀ ਸੀ ਇੱਕ ਵਾਰੀ ਭਾਈ ਮਰਦਾਨਾ ਜੀ, ਕਹਿੰਦੇ ਮਰਦਾਨਿਆਂ, ਆ ਸੰਸਾਰ ਦੇ ਲੋਕਾਂ ਨੂੰ ਖਾਣਾ ਨਹੀਂ ਭੁੱਲਦਾ, ਨਾ ਪੀਣਾ ਹੀ ਭੁੱਲਦਾ, ਨਾ ਹੱਸਣਾ ਹੀ ਭੁੱਲਦਾ, ਨਾ ਸੌਣਾ ਹੀ ਭੁੱਲਦਾ। ਆ 4 ਕੁ ਗੱਲਾਂ ਹੀ ਇਹਨਾਂ ਨੂੰ ਚੇਤੇ ਰਹਿ ਗਈਆਂ ਤੇ 4 ਕੁ ਗੱਲਾਂ ਨੂੰ ਹੀ ਇਹਨਾਂ ਨੇ ਜੀਵਨ ਸਮਝਿਆ ਹੋਇਆ। ਸੰਸਾਰ ਦੇ ਲੋਕਾਂ ਨੇ ਵੀ ਬਸ ਆਹ ਕੁਝ ਹੀ ਕਰਨ ਵਾਸਤੇ ਆਏ ਆ ਸੰਸਾਰ ਤੇ, ਖਾ ਲਿਆ, ਪੀ ਲਿਆ, ਹੱਸ ਲਿਆ, ਸੌਂ ਲਿਆ, ਬਸ ਇਹਦੇ 'ਚ ਹੀ ਸਾਰੀ ਜ਼ਿੰਦਗੀ ਮਰਦਾਨਿਆਂ ਨਿਗਾਹ ਜਾਂਦੀ ਹੈ। ਮਹਾਰਾਜ ਕੀ ਭੁੱਲ ਗਿਆ ਫਿਰ ਇਹਨਾਂ ਨੂੰ? ਕਹਿੰਦੇ ਇੱਕ ਤਾਂ ਮਰਨਾ ਭੁੱਲਿਆ ਪਿਆ ਸੰਸਾਰ ਦੇ ਜੀਵਨ ਤੇ, ਇੱਕ ਜਿਹਨੇ ਜਨਮ ਤੇ ਮਰਨ ਬਣਾਇਆ ਉਹ ਪਰਮੇਸ਼ਰ ਭੁੱਲ ਗਿਆ, ਵਾਹਿਗੁਰੂ ਭੁੱਲ ਗਿਆ, ਉਹ ਪ੍ਰਭੂ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਕੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਮਾਰੇ ਕਿਤੇ ਤਰਕਾਰ ਐਸੇ ਜੀਵਨ ਨੂੰ ਰਹਿਣਾ ਤੇ ਹੈ ਨਹੀਂ ਸੰਸਾਰ ਤੇ, ਪਰਮੇਸ਼ਰ ਨੂੰ ਭੁਲਾ ਦਿੱਤਾ। ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਇਨਸਾਨ ਭੁੱਲ ਗਿਆ, ਇਹ ਕਹਿੰਦਾ ਵੀ ਆ ਜੱਗ ਮਿੱਠਾ, ਅਗਲਾ ਕਿਨੇ ਡਿੱਠਾ। ਖਾਓ ਪੀਓ ਹੰਢਾਓ, ਮੌਜ ਮੇਲੇ ਕਰੋ, ਪਰਲੋਕ ਕਿੰਨੇ ਵੇਖਿਆ, ਅਗਲਾ ਪਾਸਾ ਕਿੰਨੇ ਵੇਖਿਆ। ਪਰ ਸਤਿਗੁਰੂ ਦੱਸਦੇ ਆ ਵੀ ਅੱਗੇ ਵੀ ਜਾਣਾ ਵਾ ਭਾਈ, ਅਗਲਾ ਪਾਸਾ ਵੀ ਹੈ,
ਜਿਵੇਂ ਆ ਲੋਕ ਹੈ ਇਸ ਤਰ੍ਹਾਂ ਪ੍ਰਲੋਕ ਵੀ ਹੈ। ਤੇ ਜੇ ਪ੍ਰਲੋਕ ਵਿੱਚ ਵੀ ਸੁਹੇਲੇ ਹੋਣਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਪਵੇਗਾ, ਪ੍ਰਭੂ ਦੀ ਬੰਦਗੀ ਕਰਨੀ ਪਵੇਗੀ। ਤਾਂ ਮਹਾਰਾਜ ਨੇ ਆਖਿਆ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਜਦੋਂ ਪ੍ਰਭੂ ਦਾ ਸਿਮਰਨ ਕਰਾਂਗੇ ਤੇ ਫਿਰ ਪ੍ਰਲੋਕ ਵੀ ਸੁਹੇਲਾ ਹੋਵੇਗਾ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸਮਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਤਾਂ ਸਤਿਗੁਰੂ ਕਹਿੰਦੇ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਇਹ ਮੇਰਿਆ ਸਰੀਰਾ, ਕੀ ਉਹ ਕਰਮ ਤੂੰ ਕਮਾਇਆ ਵਾ ਸੰਸਾਰ ਵਿੱਚ ਆ ਕਰਕੇ, ਜਿਸ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈ। ਤਾਂ ਜਗਿਆਸੂ ਨੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਉਹ ਕਿਹੜਾ ਕਰਮ ਹੈ ਜਿਸ ਵਾਸਤੇ ਅਸੀਂ ਸੰਸਾਰ ਤੇ ਆਏ। ਤੇ ਗੁਰੂ ਸਾਹਿਬ ਕਹਿੰਦੇ ਉਹ ਕਰਮ ਹੈ ਗੋਬਿੰਦ ਨੂੰ ਜਪਣ ਨੂੰ ਆਏ ਆ ਇੱਥੇ। ਗੋਬਿੰਦ ਦੇ ਮਿਲਣ ਦੀ ਇਹ ਵਾਰੀ ਹੈ ਮਨੁੱਖਾ ਜਨਮ। ਬਾਕੀ ਖਾਣਾ ਪੀਣਾ ਭੋਗਣਾ ਸੌਣਾ ਇਹ ਤਾਂ ਬਾਕੀ 84 ਲੱਖ ਜੂਨਾਂ ਦੇ ਵਿੱਚ ਵੀ, ਜਿੰਨੀਆਂ ਬਾਕੀ ਜੂਨਾਂ ਉਹਨਾਂ ਵਿੱਚ ਵੀ ਚੱਲਦਾ ਹੀ ਰਿਹਾ ਹੈ ਕੰਮ। ਜੇ ਮਨੁੱਖਾ ਦੇਹ ਮਿਲੀ ਹੈ, ਦੁਰਲੱਭ ਦੇਹ ਦਿੱਤੀ ਹੈ ਵਾਹਿਗੁਰੂ ਨੇ, ਤਾਂ ਇਹ ਇਸ ਕਰਕੇ ਦਿੱਤੀ ਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਕਹਿੰਦੇ ਵਾਰੀ, ਗੋਬਿੰਦ ਨਾਲ ਮਿਲਣ ਦੀ ਇਹ ਵਾਰੀ ਹੈ ਭਾਈ ਤੇਰੀ। ਹੋਰ ਕਿਸੇ ਜੂਨ ਨੂੰ ਨਹੀਂ ਆਖਿਆ ਕਿ ਗੋਬਿੰਦ ਮਿਲਣ ਦੀ ਵਾਰੀ ਹੈ, ਮਨੁੱਖਾ ਜਨਮ ਨੂੰ ਹੀ ਆਖਿਆ ਵੀ ਗੋਬਿੰਦ ਮਿਲਣ ਦੀ ਵਾਰੀ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਠੀਕ ਆ, ਸੰਸਾਰ ਵਿੱਚ ਰਹਿੰਦਿਆਂ ਪਰਿਵਾਰੀ ਜ਼ਿੰਮੇਵਾਰੀਆਂ ਤੂੰ ਨਿਭਾਉਣੀਆਂ ਵਾ, ਗ੍ਰਸਤ ਦੇ ਕਾਰੋਬਾਰ ਕਰਨੇ ਆ, ਪਰ ਜਿਹੜੇ ਬਾਕੀ ਦੇ ਕੰਮ ਵਾ ਉਹ ਗੋਬਿੰਦ ਮਿਲਣ ਦੇ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ। ਗੋਬਿੰਦ ਮਿਲਣ ਦਾ ਕਾਰਜ ਤਾਂ ਇਹੀ ਆ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕਰਕੇ ਕੇਵਲ ਪ੍ਰਭੂ ਦੇ ਨਾਮ ਦਾ ਭਜਨ ਕਰ। ਮਹਾਰਾਜ ਕਹਿੰਦੇ ਬੰਦੋਬਸਤ ਕਰ ਸੰਸਾਰ ਭੌਜਲ ਤੋਂ ਤਰਨ ਵਾਸਤੇ। ਸਰੰਗਿਆਮ ਲਾਗ, ਸਰੰਗਿਆਮ ਦਾ ਮਤਲਬ ਹੈ ਬੰਦੋਬਸਤ ਕਰ, ਯਤਨ ਕਰ, ਉਦਮ ਉਪਰਾਲਾ ਕਰ। ਸਰੰਗਿਆਮ ਲਾਗ ਭਵ ਜਲ ਤਰਨ ਕੈ, ਸੰਸਾਰ ਭੌਜਲ ਤੋਂ ਤਰਨ ਵਾਸਤੇ। ਜਨਮ ਬ੍ਰਿਥਾ ਜਾਤ, ਜਨਮ ਜਿਹੜਾ ਹੈ ਨਾ ਮਨੁੱਖਾ ਜਨਮ ਤੇਰਾ ਵਿਅਰਥ ਜਾ ਰਿਹਾ ਹੈ। ਕਿਵੇਂ ਜਾ ਰਿਹਾ ਹੈ? ਸਤਿਗੁਰੂ ਕਹਿੰਦੇ ਰੰਗ ਮਾਇਆ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਪ੍ਰੇਮ ਵਿੱਚ ਹਰ ਵੇਲੇ ਮਾਇਆ ਦਾ ਹੀ ਚਿੰਤਨ ਕਰਦਾ ਹੈ, ਹਰ ਵੇਲੇ ਮਾਇਆ ਦਾ ਹੀ ਸਿਮਰਨ ਕਰਦਾ ਹੈ, ਹਰ ਵੇਲੇ ਮਾਇਆ ਹੀ ਮਨ ਵਿੱਚ ਵਸੀ ਹੋਈ ਹੈ। ਦਮ ਦਮ ਚੇਤੇ ਕਰਨਾ ਸੀ ਵਾਹਿਗੁਰੂ ਨੂੰ ਤੇ ਦਮ ਦਮ ਚੇਤੇ ਕਰਦਾ ਹੈ ਮਾਇਆ। ਦਮ ਕਹਿੰਦੇ ਸਵਾਸ ਨੂੰ, ਹਰੇਕ ਸਵਾਸ ਦੇ ਨਾਲ। ਗੁਰੂ ਸਾਹਿਬ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਚਾਹੀਦਾ ਤੇ ਸੀ ਕਿ ਹਰੇਕ ਸਵਾਸ ਨਾਲ ਵਾਹਿਗੁਰੂ ਨੂੰ ਤੂੰ ਚੇਤੇ ਕਰਦਾ, ਪਰ ਗੱਲ ਇਸ ਤਰ੍ਹਾਂ ਹੋ ਗਈ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਮ। ਮਾਇਆ ਮਨ ਚੋਂ ਵਿਸਰਦੀ ਨਹੀਂ, ਹਰੇਕ ਸਾਹ ਨਾਲ ਮਾਇਆ ਦਾ ਹੀ ਸਿਮਰਨ ਕਰਦਾ, ਮਾਇਆ ਦਾ ਹੀ ਚਿੰਤਨ ਕਰਦਾ। ਗਰੀਬ ਨਵਾਜ ਕਹਿੰਦੇ ਮਾਇਆ ਦੇ ਰੰਗ ਘਰ ਵਿੱਚ ਲੱਗ ਕੇ, ਮਾਇਆ ਦੇ ਪ੍ਰੇਮ ਵਿੱਚ ਲੱਗ ਕੇ ਤੇਰਾ ਜਨਮ ਅਮੋਲਕ ਮਨੁੱਖਾ ਜਨਮ, ਇਹ ਸਰੀਰ ਵਿਅਰਥ ਜਾ ਰਿਹਾ। ਸਰੰਗਿਆਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਸਤਿਗੁਰੂ ਕਹਿੰਦੇ ਫਿਰ ਉਹ ਖਾਣਾ ਪੀਣਾ ਪਹਿਨਣਾ ਸਾਰਾ ਹੀ ਨਿਸਫਲ ਆ ਜੇ ਤੂੰ ਇਸ ਜਨਮ ਦੇ ਵਿੱਚ, ਇਸ ਸਰੀਰ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਪ੍ਰਭੂ ਦੀ ਬੰਦਗੀ ਨਹੀਂ ਕਰਦਾ। ਕਿਉਂਕਿ ਤੈਨੂੰ ਬੰਦਾ ਬਣਾਇਆ ਹੈ ਰੱਬ ਨੇ, ਤੇ ਬੰਦੇ ਦਾ ਮਤਲਬ ਹੀ ਹੈ ਜਿਹੜਾ ਬੰਦਗੀ ਕਰਨ ਵਾਲਾ। ਬੰਦਾ ਹੋਏ ਬੰਦਗੀ ਹੈ, ਬੰਦੇ ਬੰਦਗੀ ਇਖਤਿਆਰ।
ਬੰਦੇ ਦਾ ਕੰਮ ਹੀ ਪ੍ਰਭੂ ਦੀ ਬੰਦਗੀ ਹੈ, ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਆਇਆ। ਇਸ ਕਰਕੇ ਭਗਤਾਂ ਨੇ ਤਾਂ ਖੈਰ ਮੰਗੀ ਹੈ ਵਾਹਿਗੁਰੂ ਦੇ ਕੋਲੋਂ ਬੰਦਗੀ। ਬਾਬਾ ਸੇਖ ਜੀ ਸਾਹਿਬ ਜੀ ਕਹਿੰਦੇ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਏ ਖੁਦਾ, ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੰਗਤਾ ਹਾਂ, ਤੇ ਮੇਰੇ ਮੰਗਤੇ ਦੀ ਝੋਲੀ ਵਿੱਚ ਆਪਣੀ ਬੰਦਗੀ ਦੀ ਖੈਰ ਪਾ। ਸੇਖ ਫਰੀਦਾ ਖੈਰ ਦੀਜੈ ਬੰਦਗੀ, ਕਿਉਂਕਿ ਬੰਦਾ ਬੰਦਗੀ ਕਰਨ ਵਾਸਤੇ ਹੈ। ਬੰਦਗੀ ਤੋਂ ਬਿਨਾ, ਪ੍ਰਭੂ ਸਿਮਰਨ ਤੋਂ ਬਿਨਾ ਜਿਹੜਾ ਕਰਮ ਕਰਨ ਵਾਸਤੇ ਆਇਆ, ਜੇ ਉਹ ਨਹੀਂ ਕਰਦਾ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆ, ਗੁਰੂ ਜੀ ਦਾ ਬਚਨ ਆਉਂਦਾ ਬਿਲਾਵਲ ਰਾਗ ਚ ਇੱਕ, ਸਤਿਗੁਰੂ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਜਿਹੜਾ ਇਹ ਧ੍ਰਿਗ ਵਾ ਨਾ ਪਦ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅਨੇਕਾਂ ਵਾਰੀ ਆਇਆ ਧ੍ਰਿਗ। ਤੇ ਇਹਦਾ ਅਰਥ ਕੀਤਾ ਹੈ ਗੁਰਮੁਖਾਂ ਨੇ, ਮਹਾਂਪੁਰਖਾਂ ਨੇ, ਕਿ 100 ਵਾਰੀ ਫਿਟੇ ਮੂੰਹ ਆਖੀਏ ਨਾ, ਫਿਟਕਾਰ ਪਾਈਏ ਤੇ ਇੱਕ ਲਾਹਣਤ ਬਣਦੀ ਹੈ, ਤੇ 100 ਲਾਹਣਤ ਹੋਵੇ ਤੇ ਫੇਰ ਧ੍ਰਿਗ ਬਣਦਾ। ਧ੍ਰਿਗ ਦਾ ਅਰਥ ਹੈ ਲਾਹਣਤਾਂ, ਫਿਟਕਾਰਾਂ, ਅਣਗਿਣਤ ਫਿਟਕਾਰਾਂ। ਸਤਿਗੁਰੂ 2-2 ਵਾਰੀ ਕਹਿੰਦੇ ਆ, ਕਹਿੰਦੇ ਧ੍ਰਿਗ ਧ੍ਰਿਗ ਖਾਇਆ। ਜੇ ਤੂੰ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਸਤ ਸੰਗਤ ਨਹੀਂ ਕਰਦਾ, ਅਮੋਲਕ ਮਨੁੱਖਾ ਸਰੀਰ ਪ੍ਰਾਪਤ ਕਰਕੇ ਤੇ ਤੂੰ ਕਹਿੰਦਾ ਹੈ ਕਿ ਮੈਂ ਖਾ ਬੜਾ ਵਧੀਆ ਲੈਂਦਾ ਹਾਂ, ਮੈਂ ਪਦਾਰਥ ਬੜੇ ਛਕਦਾ, ਸੋਹਣੇ ਬਹੁਤ ਕੁਝ, ਪਰ ਸਤਿਗੁਰੂ ਕਹਿੰਦੇ ਤੇਰੇ ਖਾਣ ਨੂੰ ਵੀ ਲਾਹਣਤ ਹੈ। ਧ੍ਰਿਗ ਧ੍ਰਿਗ ਹੈ ਤੇਰਾ ਖਾਧਾ ਹੋਇਆ ਪਦਾਰਥ। ਅਗਲਾ ਬਚਨ ਕੀਤਾ ਧ੍ਰਿਗ ਧ੍ਰਿਗ ਸੋਇਆ। ਬੰਦਾ ਕਹਿੰਦਾ ਮੈਂ ਸੌਂ ਬੜਾ ਵਧੀਆ ਲੈਂਦਾ, ਤੇ ਸਤਿਗੁਰੂ ਕਹਿੰਦੇ ਜੇ ਤੂੰ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ ਤੇ ਤੇਰੇ ਸੌਣ ਨੂੰ ਵੀ ਫਿਟਕਾਰਾਂ, ਲਾਹਣਤਾਂ ਤੇਰੇ ਸੌਣ ਨੂੰ। ਵੇਖੋ ਕਿੰਨੇ ਤਾੜਨਾ ਦੇ ਨਾਲ ਉਪਦੇਸ਼ ਦਿੱਤਾ। ਸਤਿਗੁਰੂ ਕਹਿੰਦੇ ਵੀ ਸਮਝ ਜਾ, ਤੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਬੰਦਗੀ ਕਰਨ ਵਾਸਤੇ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਤੇ ਅਗਲਾ ਬਚਨ ਕੀਤਾ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਕਾਪੜ ਨਾਮ ਕੱਪੜੇ, ਵਸਤਰ। ਤੂੰ ਆਪਣੇ ਅੰਗਾਂ ਦੇ ਉੱਤੇ ਕਹਿੰਦਾ ਕਿ ਮੈਂ ਬੜੇ ਕੀਮਤੀ ਵਸਤਰ ਪਹਿਨੇ ਹੋਏ ਆ। ਸਤਿਗੁਰੂ ਕਹਿੰਦੇ ਤੇਰੇ ਕੱਪੜਿਆਂ ਨੂੰ ਵੀ ਲਾਹਣਤ। ਇੱਕ ਥਾਂ ਤੇ ਐਸਾ ਬਚਨ ਕੀਤਾ ਮਹਾਰਾਜ ਸਾਹਿਬ ਜੀ ਨੇ, ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਜੋ ਪਹਿਨਣਾ ਹੈ ਤੇ ਖਾਣਾ ਹੈ ਨਾ, ਉਹ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਕੂਕਰ ਜੂਠ ਦੇ ਵਿੱਚ ਮੂੰਹ ਪਾਉਂਦਾ ਹੈ। ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮਹਿ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸੀਗਾਰ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਜਿੰਨਾ ਵੀ ਕੁਝ ਕਰਨਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦੇ ਉੱਤੇ ਸ਼ਿੰਗਾਰ ਕੀਤਾ ਹੋਇਆ, ਵਿੱਚ ਜਾਨ ਹੈ ਹੀ ਨਹੀਂ, ਉੱਤੋਂ ਫੁੱਲ ਬੂਟੇ ਲਾ ਕੇ ਸ਼ਿੰਗਾਰਿਆ ਹੋਇਆ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਇਹ ਸਰੀਰ ਨਿਕੰਮਾ ਹੈ, ਨਾਮ ਤੋਂ ਬਿਨਾ ਇਹ ਮੁਰਦੇ ਦੇ ਤੁੱਲ ਹੈ। ਅਤ ਸੁੰਦਰ, ਭਾਵੇਂ ਅੱਤ ਦਾ ਸੋਹਣਾ ਵੀ ਹੈ, ਭਾਵੇਂ ਉੱਚੀ ਕੁਲ ਦੇ ਵਿੱਚ ਇਹਦਾ ਜਨਮ ਵੀ ਹੋਇਆ, ਖਾਨਦਾਨ ਵੀ ਕਹਿੰਦਾ ਮੇਰਾ ਬੜਾ ਉੱਚਾ ਹੈ, ਮੈਂ ਉੱਚੇ ਖਾਨਦਾਨ ਵਿੱਚ ਪੈਦਾ ਹੋਇਆ। ਅਤ ਸੁੰਦਰ ਕੁਲੀਨ ਚਤੁਰ, ਭਾਵੇਂ ਚਤੁਰ ਵੀ ਹੈ, ਚੁਸਤ ਚਲਾਕ ਵੀ ਹੈ। ਮੁਖ ਗਿਆਨੀ, ਮੂੰਹ ਤੋਂ ਗਿਆਨ ਵੀ ਕਥਨ ਕਰਦਾ ਹੈ, ਬੜੀਆਂ ਗੱਲਾਂ ਗਿਆਨ ਦੀਆਂ ਕਰਦਾ। ਧਨਵੰਤ, ਤੇਰੇ ਕੋਲੇ ਧਨ ਵੀ ਬਹੁਤ ਹੈ, ਦੌਲਤ ਵੀ ਬਹੁਤ ਹੈ, ਪਰ ਸਤਿਗੁਰੂ ਕਹਿੰਦੇ ਇੰਨਾ ਕੁਝ ਹੁੰਦਿਆਂ ਵੀ ਜੇ ਨਾਮ ਨਹੀਂ ਜਪਦਾ, ਪ੍ਰਭੂ ਨਾਲ ਪ੍ਰੀਤ ਨਹੀਂ ਕਰਦਾ ਤੇ ਮੁਰਦਾ ਹੈ, ਜਿਉਂਦਾ ਹੀ ਮੁਰਦਾ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਆ ਹੈ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਜੇ ਭਗਵੰਤ ਨਾਲ ਪ੍ਰੀਤ ਨਹੀਂ ਤੇ ਸਤਿਗੁਰੂ ਕਹਿੰਦੇ ਮਿਰਤਕ ਕਹੀਆ ਹੈ, ਫਿਰ ਮਿਰਦਾ ਕਿਹਾ ਜਾਵੇਗਾ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਧ੍ਰਿਗ ਸਰੀਰ
ਕੁਟੰਬ ਸਹਿਤ ਸਿਉ। ਮਹਾਰਾਜ ਕਹਿੰਦੇ ਮਨੁੱਖਾ ਸਰੀਰ ਹੈ ਤੇ ਅਮੋਲਕ, ਪਰ ਜੇ ਤੂੰ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦਾ ਤੇ ਤੇਰੇ ਸਰੀਰ ਨੂੰ ਵੀ ਲਾਹਣਤਾਂ, ਤੇ ਸਤਿਗੁਰੂ ਕਹਿੰਦੇ ਤੇਰੇ ਪਰਿਵਾਰ ਸਮੇਤ ਤੇਰੇ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਲਾਹਣਤਾਂ। ਜਿਨ੍ਹਾਂ ਨਾਲ ਤੇਰਾ ਸੰਬੰਧ ਹੈ, ਜਿਨ੍ਹਾਂ ਨਾਲ ਮਿਲ ਕੇ ਤੈਨੂੰ ਪ੍ਰਭੂ ਚੇਤੇ ਨਹੀਂ ਆਉਂਦਾ, ਪਰਿਵਾਰ ਨੂੰ ਵੀ ਲਾਹਣਤਾਂ ਪਾਈਆਂ। ਧ੍ਰਿਗ ਸਰੀਰ ਕੁਟੰਬ, ਕੁਟੰਬ ਜਦੋਂ ਕਹਿ ਦਿੱਤਾ ਨਾ ਉਦੋਂ ਸਾਰਾ ਪਰਿਵਾਰ ਆ ਜਾਂਦਾ ਵਿੱਚ। ਕੁਟੰਬ ਮੈਨੇ ਸਾਰਾ ਪਰਿਵਾਰ, ਸਾਰਾ ਕੂੜਨਾ, ਸਾਰਾ ਕਬੀਲਾ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਮਹਾਰਾਜ ਕਹਿੰਦੇ ਹੁਣ ਤਾਂ ਵਾਰੀ ਸੀ ਮਾਲਕ ਨੂੰ ਪ੍ਰਾਪਤ ਕਰਨ ਦੀ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜਨਮ ਨੂੰ ਮਹਾਰਾਜ ਨੇ ਪੌੜੀ ਆਖਿਆ ਇੱਥੇ, ਵੀ ਇਹ ਪੌੜੀ ਮਿਲੀ ਆ ਪ੍ਰਭੂ ਤੀਕ ਪਹੁੰਚਣ ਵਾਸਤੇ, ਪ੍ਰਭੂ ਦੇਸ਼ ਤੀਕ ਪਹੁੰਚਣ ਵਾਸਤੇ। ਪਰ ਜਦੋਂ ਇਹ ਮਨੁੱਖਾ ਜਨਮ ਦੀ ਪੌੜੀ ਹੱਥੋਂ ਨਿਕਲ ਗਈ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਫਿਰ ਹੱਥ ਨਹੀਂ ਆਵੇਗੀ। ਇਹ ਅਮੋਲਕ ਬੇਕੀਮਤੀ ਸਰੀਰ ਤੂੰ ਨਿਸਫਲ ਹੀ ਗਵਾ ਦਿੱਤਾ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਸਤਿਗੁਰੂ ਕਹਿੰਦੇ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਕੀ ਤੂੰ ਉਹ ਕਰਮ ਕਮਾਇਆ ਵਾ ਸਰੀਰਾ? ਮੇਰਿਆ ਸਰੀਰਾ, ਜਿਸ ਵਾਸਤੇ ਤੂੰ ਜੱਗ ਵਿੱਚ ਆਇਆ, ਤੂੰ ਉਹ ਕਰਮ ਕਮਾਇਆ। ਤੂੰ ਆਇਆ ਵਾਹਿਗੁਰੂ ਦਾ ਨਾਮ ਜਪਣ ਵਾਸਤੇ, ਤੂੰ ਆਇਆ ਹੈ ਗੋਬਿੰਦ ਨਾਲ ਮਿਲਣ ਵਾਸਤੇ। ਤੇ ਜੇ ਹੁਣ ਨਾ ਜਪਿਆ ਪ੍ਰਭੂ ਨੂੰ, ਜੇ ਹੁਣ ਨਾ ਮਿਲਿਆ ਵਾਹਿਗੁਰੂ ਜੀ ਨੂੰ, ਫਿਰ ਕਦੋਂ ਮਿਲੇਗਾ? ਜੇ ਹੁਣ ਭਜਨ ਨਾ ਕੀਤਾ ਕਦੋਂ ਕਰੇਗਾ? ਇਹ ਵੀ ਆਖਿਆ ਮਹਾਰਾਜ ਨੇ ਅੰਮ੍ਰਿਤ ਬਾਣੀ। ਸਤਿਗੁਰੂ ਕਹਿੰਦੇ ਆਇਓ ਸੁਨਨ ਪੜਨ ਕਉ ਬਾਣੀ। ਤੂੰ ਤਾਂ ਆਇਆ ਹੀ ਬਾਣੀ ਨੂੰ ਸੁਣਨ ਵਾਸਤੇ ਤੇ ਬਾਣੀ ਨੂੰ ਪੜਨ ਵਾਸਤੇ ਹੈ। ਤੂੰ ਤਾਂ ਆਇਆ ਹੀ ਬੰਦਗੀ ਕਰਨ ਵਾਸਤੇ ਹੈ, ਨਾਮ ਜਪਣ ਵਾਸਤੇ ਹੈ। ਆਇਓ ਸੁਨਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਨਾਮ ਨੂੰ ਵਿਸਾਰ ਕੇ ਹੋਰ ਹੀ ਲਾਲਚਾਂ ਦੇ ਵਿੱਚ ਲੱਗ ਗਈਆਂ ਪ੍ਰਾਣੀਆਂ, ਤੇਰਾ ਜਨਮ ਵਿਅਰਥ ਗੁਜ਼ਰ ਰਿਹਾ, ਨਿਸਫਲ ਜਾ ਰਿਹਾ। ਸਤਿਗੁਰੂ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਤਾਂ ਲਾਭ ਲੈਣ ਵਾਸਤੇ ਆਇਆ, ਪਰ ਤੂੰ ਤਾਂ ਹਰ ਵੇਲੇ ਧੰਦੇ ਦੇ ਲਾਭ ਬਾਰੇ ਹੀ ਸੋਚਦਾ ਹੈ, ਧਰਮ ਦੇ ਲਾਭ ਬਾਰੇ ਤੇ ਸੋਚਦਾ ਹੀ ਨਹੀਂ ਹੈ। ਨਾਮ ਧਨ ਨੂੰ ਇਕੱਠਾ ਕਰਨ ਵਾਸਤੇ ਤਾਂ ਸੋਚਦਾ ਹੀ ਨਹੀਂ ਹੈ, ਸੰਸਾਰੀ ਧਨ ਦੇ ਵਿੱਚ ਹੀ ਖਚਤ ਹੋ ਗਿਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁੱਕਦੀ ਚੱਲੀ ਰਹਿਣ। ਤੇਰੀ ਉਮਰਾਂ ਰੂਪੀ ਰਾਤ ਸਾਰੀ ਮੁੱਕਦੀ ਜਾ ਰਹੀ ਹੈ। ਮੌਤ ਰੂਪੀ ਦਿਨ ਚੜ ਜਾਵੇਗਾ, ਕਾਲ ਰੂਪੀ ਦਿਨ ਚੜ ਜਾਵੇਗਾ। ਲੱਗਾ ਕਿਤ ਕੁਫਕੜੇ, ਕੁਫਕੜੇ ਭਾਵ ਕਿਹੜੇ ਫਜ਼ੂਲ ਕੰਮਾਂ ਵਿੱਚ ਹੀ ਲੱਗਾ ਹੋਇਆ, ਖੁਆਰੀ ਕਰਨ ਵਾਲੇ ਕੰਮਾਂ ਵਿੱਚ ਹੀ ਲੱਗਾ ਹੋਇਆ। ਜਿਸ ਕਰਮ ਦੇ ਕਰਨ ਵਾਸਤੇ ਤੂੰ ਆਇਆ ਉਹ ਤਾਂ ਤੂੰ ਕਰਦਾ ਹੀ ਨਹੀਂ ਹੈ। ਕੀ ਉਹ ਕਰਮ ਕਮਾਇਆ ਹੈ ਤੂੰ? ਕੀ ਕੀਤਾ ਹੈ ਤੂੰ ਉਹ ਕਰਮ? ਧੰਨ ਗੁਰੂ ਅਮਰਦਾਸ ਸਾਹਿਬ ਜੀ ਪੁੱਛਦੇ ਆ ਸਰੀਰ ਤੋਂ, ਤੇ ਸਾਨੂੰ ਕਹਿੰਦੇ ਆਪਣੇ ਸਰੀਰ ਨਾਲ ਗੱਲ ਕਰਦੇ ਆ, ਇਹਨੂੰ ਪੁੱਛ ਗਏ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਸ ਵਾਸਤੇ ਤੂੰ ਜੱਗ ਵਿੱਚ ਆਇਆ, ਕੀ ਤੂੰ ਉਹ ਕਰਮ ਕਮਾਇਆ ਹੈ? ਤੇਰੇ ਤੋਂ ਪੁੱਛਣਾ ਵੀ ਹੈ ਜਦੋਂ ਤੂੰ ਵਾਪਸ ਗਿਆ। ਰੱਬ ਨੇ ਪੁੱਛਣਾ ਤੇ ਵਹੀ ਕੱਢ ਕੇ ਪੁੱਛਣਾ, ਵਹੀ ਕੱਢ ਕੇ ਰੱਖ ਲੈਣੀ ਕੋਲੇ, ਤੈਨੂੰ ਲਾਗੇ ਬਹਾ ਲੈਣਾ ਤੇ ਇੱਕ ਇੱਕ ਦਿਨ ਦਾ ਹਿਸਾਬ ਕਿਤਾਬ ਕਰਨਾ ਵੀ ਇਸ ਦਿਨ ਵਿੱਚ ਤੂੰ ਕੀ ਕੀਤਾ ਸੀ। ਨਾਮ ਨਹੀਂ ਜਪਿਆ, ਕੀ ਕਰਦਾ ਰਿਹਾ ਸਾਰੀ ਦਿਹਾੜੀ? ਆ ਝੂਠ ਬੋਲਦਾ ਰਿਹਾ, ਆ ਨਿੰਦਿਆ ਕਰਦਾ ਰਿਹਾ, ਆ ਚੁਗਲੀ ਦੇ ਨਾਲ ਤੇਰਾ ਕਾਗਜ਼ ਹੀ ਸਾਰਾ ਭਰਿਆ ਪਿਆ, ਚੁਗਲੀਆਂ ਹੀ ਕਰਦਾ ਰਿਹਾ, ਈਰਖਾ ਹੀ ਕਰਦਾ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵਹੀ ਕੱਢ ਕੇ ਪੁੱਛੇਗਾ ਰੱਬ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਜਿਵੇਂ ਵਹੀ ਕੱਢ ਕੇ ਆੜਤੀਏ ਹਿਸਾਬ ਕਿਤਾਬ ਪੁੱਛਦੇ ਨਾ, ਜਿਵੇਂ ਬਾਣੀਆਂ, ਉਹ ਵਹੀ ਖਾਤਾ ਕੱਢ ਕੇ ਤੇ ਸਾਰਾ ਲੇਖਾ ਜੋਖਾ ਕਰਦਾ ਨਾ ਪੂਰਾ। ਤੇ ਗੁਰਬਾਣੀ ਚ ਮਹਾਰਾਜ ਕਹਿੰਦੇ ਲੇਖਾ ਮੰਗੈ ਬਾਣੀਆਂ, ਧਰਮ ਰਾਜੇ ਬਾਣੀਏ ਨੇ ਤੇਰੇ ਤੋਂ ਲੇਖਾ ਮੰਗਣਾ।
ਰੱਬ ਨੇ ਵਹੀ ਕੱਢ ਕੇ ਲੇਖਾ ਮੰਗਣਾ ਵੀ ਤੇਰੀ ਤੇ ਇੱਕ ਇੱਕ ਜ਼ਿੰਦਗੀ ਦਾ ਜਿਹੜਾ ਦਿਨ ਵਾ ਉਹ ਐਵੇਂ ਹੀ ਗੁਜ਼ਰ ਗਿਆ ਹੈ। ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਸੌਂਦਿਆਂ ਭੋਗਦਿਆਂ ਤੇ ਬਸ ਸੰਸਾਰ ਵਿੱਚ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਉਹ ਸਾਰਾ ਜੀਵਨ ਹੀ ਉਂਝ ਹੀ ਗਵਾ ਦਿੱਤਾ ਤੂੰ। ਸਾਰੇ ਜੀਵਨ ਦੇ ਵਿੱਚ ਥੋੜਾ ਜਿਹਾ ਸਮਾਂ ਹੀ ਸਿਮਰਨ ਕੀਤਾ, ਥੋੜਾ ਜਿਹਾ ਸਮਾਂ ਹੀ ਸੇਵਾ ਕੀਤੀ, ਥੋੜਾ ਜਿਹਾ ਸਮਾਂ ਹੀ ਬੰਦਗੀ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ, ਬਾਬਾ ਜੀ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਬਾਬਾ ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਕਿ ਰੱਬ ਨੇ ਲੇਖਾ ਮੰਗਣਾ ਤੇ ਪੁੱਛਣਾ ਵੀ ਤੂੰ ਕਿਹੜੇ ਕੰਮ ਆਇਆ ਸੀ ਸੰਸਾਰ ਵਿੱਚ, ਤੇ ਕੀ ਕਰਦਾ ਰਿਹਾ ਤੇ ਕੀ ਕਰਕੇ ਆਇਆ ਸੰਸਾਰ ਦੇ ਵਿੱਚੋਂ। ਆ ਚਾਰ ਪੈਰ ਤੇਰੀ ਜਿਹੜਾ ਦਿਨ ਵਾ ਉਹ ਤੂੰ ਧੰਦਿਆਂ ਦੇ ਵਿੱਚ ਹੀ ਹੰਢਾ ਕੇ ਗਵਾ ਦਿੱਤਾ। ਚਾਰ ਪੈਰ ਧੰਦਿਆਂ ਵਿੱਚ ਹੀ ਗਲਤਾਨ ਰਿਹਾ ਤੇ ਚਾਰ ਪੈਰ ਜਿਹੜੀ ਰਾਤ ਸੀ ਉਹ ਸੌਂ ਕੇ ਹੀ ਗਵਾ ਦਿੱਤੀ, ਬੰਦਗੀ ਕੀਤੀ ਕੋਈ ਨਾ। ਫਰੀਦਾ ਚਾਰ ਗਵਾਇਆ ਹੰਡ ਕੈ ਧੰਦਿਆਂ ਦੇ ਵਿੱਚ, ਚਾਰ ਗਵਾਇਆ ਸਮ ਸੌਂ ਕੇ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਤੂੰ ਆਇਆ ਕਿਹੜੇ ਕੰਮ ਸੀ ਤੇ ਕਰਦਾ ਕਿਹੜੇ ਕੰਮ ਰਿਹਾ। ਨਾਮ ਤੋਂ ਬਿਨਾ, ਗਰੀਬ ਨਵਾਜ ਕਹਿੰਦੇ ਇਹ ਜੀਵਨ ਨਿਸਫਲ ਹੈ। ਨਾਮ ਤੋਂ ਬਿਨਾ ਇਹ ਸਰੀਰ ਜਿਹੜਾ ਹੈ ਇਹ ਨਿਸਫਲ ਹੈ। ਸੁਖਮਨੀ ਸਾਹਿਬ ਚ ਬਚਨ ਪੜ੍ਹਦੇ ਆਪਾਂ, ਕਿਵੇਂ ਨਿਸਫਲ ਵਾ। ਗਰੀਬ ਨਵਾਜ ਕਹਿੰਦੇ ਨਾਮ ਤੋਂ ਬਿਨਾ ਇਸ ਤਰ੍ਹਾਂ ਇਹ ਨਿਸਫਲ ਵਾ ਜਿਵੇਂ ਮੀਂਹ ਤੋਂ ਬਿਨਾ ਖੇਤੀ ਨਿਸਫਲ ਚਲੇ ਜਾਂਦੀ ਹੈ। ਪਿਛਲੇ ਸਮੇਂ 'ਚ ਜਦੋਂ ਅੱਜ ਵਰਗਾ ਨਹੀਂ ਸੀ ਸਮਾਂ, ਬੋਰ ਨਹੀਂ ਹੁੰਦੇ ਸੀ, ਖੂਹ ਹੁੰਦੇ ਸੀ, ਤੇ ਉਦੋਂ ਜ਼ਿਆਦੀ ਖੇਤੀ ਮੀਂਹ ਦੇ ਉੱਤੇ ਹੀ, ਮੀਂਹ ਦੇ ਆਸਰੇ ਤੇ ਹੀ ਸੀ। ਮੀਂਹ ਪਵੇ ਤੇ ਖੇਤੀ ਹੋਣੀ, ਫਸਲ ਹੋਣੀ ਆ, ਮੀਂਹ ਨਾ ਪਵੇ ਤੇ ਜਾਂ ਸੋਕਾ ਪੈ ਜਾਣਾ ਜਾਂ ਬੀਜੀ ਨਾ ਜਾਣੀ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਬਿਰਥੀ ਸਾਖਤ ਕੀ ਆਰਜਾ, ਜਿਹੜਾ ਸਰੀਰ ਨਾਮ ਤੋਂ ਟੁੱਟਾ ਉਹਨੂੰ ਗੁਰਬਾਣੀ ਚ ਮਹਾਰਾਜ ਨੇ ਸਾਖਤ ਆਖਿਆ। ਨਾਮ ਤੋਂ ਟੁੱਟੇ ਹੋਏ ਮਨੁੱਖ ਦੀ ਸਾਰੀ ਆਰਜਾ ਉਮਰ ਜਿਹੜੀ ਉਹ ਵਿਅਰਥ ਗੁਜ਼ਰ ਜਾਂਦੀ ਹੈ, ਨਿਸਫਲ ਖਾਣ ਪੀਣ ਪਹਿਨਣ ਵਕਾਰ ਭੋਗਣ ਚ ਹੀ ਗੁਜ਼ਰ ਜਾਂਦੀ ਹੈ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਸੱਚ ਨਾਲ ਜੁੜੇ ਤੋਂ ਬਿਨਾ ਕਿਵੇਂ ਸੁੱਚਾ ਹੋ ਸਕਦਾ। ਸੱਚੇ ਨਾਮ ਨੂੰ ਜਪੇ ਤੋਂ ਬਿਨਾ ਕਿਸ ਤਰ੍ਹਾਂ ਕਿੱਥੇ ਸੁੱਚਾ ਹੋ ਸਕਦਾ। ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਇਹ ਸਰੀਰ ਜਿਹੜਾ ਹੈ ਨਾ ਅੰਧੇ ਅਗਿਆਨੀ ਦਾ ਵਿਅਰਥ ਹੈ, ਨਿਸਫਲ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਨਾਮ ਤੋਂ ਬਿਨਾ ਸਾਖਤ ਮਨੁੱਖ ਦੇ ਮੁਖ ਦੇ ਵਿੱਚੋਂ ਮਹਾਰਾਜ ਕਹਿੰਦੇ ਬਦਬੂ ਆਉਂਦੀ ਹੈ, ਦੁਰਗੰਧੀ ਆਉਂਦੀ ਹੈ। ਝੂਠ, ਨਿੰਦਿਆ, ਚੁਗਲੀ, ਈਰਖਾ ਦੇ ਬੋਲ, ਇਹ ਦੁਰਗੰਧੀ ਆਉਂਦੀ ਹੈ। ਨਾਮ ਬਿਨਾ, ਨਾਮ ਤੋਂ ਬਿਨਾ ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰੈਣ ਬ੍ਰਿਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਸਿਮਰਨ ਤੋਂ ਬਿਨਾ ਦਿਨ ਰਹਿਣ ਇਸ ਤਰ੍ਹਾਂ ਵਿਅਰਥ ਗੁਜ਼ਰ ਜਾਂਦੇ ਆ ਜਿਵੇਂ ਮੀਂਹ ਤੋਂ ਬਿਨਾ, ਮੇਘ ਕਹਿੰਦੇ ਬੱਦਲਾਂ ਨੂੰ, ਬੱਦਲਾਂ ਚੋਂ ਮੀਂਹ ਕਹਿੰਦਾ। ਮੇਘ ਬਿਨਾ ਜਿਉ ਖੇਤੀ ਜਾਏ, ਜਿਵੇਂ ਮੀਂਹ ਤੋਂ ਬਿਨਾ ਫਸਲ ਸੁੱਕ ਸੜ ਜਾਂਦੀ ਹੈ, ਖੇਤੀ ਵਿਅਰਥ ਹੋ ਜਾਂਦੀ ਹੈ, ਇਸੇ ਤਰ੍ਹਾਂ ਨਾਮ ਤੋਂ ਬਿਨਾ ਦਿਨ ਰਾਤ ਵਿਅਰਥ ਗੁਜ਼ਰ ਜਾਂਦੀ ਹੈ। ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ। ਜਿਉ ਕਿਰਪਨ ਕੇ ਨਿਰਾਰਥ ਦਾਮ। ਸਤਿਗੁਰੂ ਕਹਿੰਦੇ ਗੋਬਿੰਦ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਜਿੰਨੇ ਕਰਦਾ ਨਾ ਸਾਰੇ ਵਿਅਰਥ ਆ, ਜੇ ਗੋਬਿੰਦ ਦਾ ਭਜਨ ਨਹੀਂ ਕਰਦਾ। ਕਿਉਂਕਿ ਜਿਸ ਵਾਸਤੇ ਮਨੁੱਖ ਬਣਾਇਆ ਇਹਨੂੰ, ਜਿਸ ਵਾਸਤੇ ਮਨੁੱਖਾ ਜਨਮ ਦਿੱਤਾ, ਉਹ ਕਰਦਾ ਹੀ ਨਹੀਂਗਾ। ਤੇ ਗੋਬਿੰਦ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਮਾਰੇ ਕਹਿੰਦੇ ਵਿਅਰਥ ਆ।
ਪਰ ਇਹ ਬੰਦਾ ਕਹਿੰਦਾ ਮੇਰੇ ਕੋਲੇ ਤਾਂ ਸਮਾਂ ਹੀ ਹੈ ਨਹੀਂ ਜੇ ਨਾਮ ਜਪਣ ਦਾ, ਮੇਰੇ ਕੋਲੇ ਤਾਂ ਸਮਾਂ ਹੀ ਹੈ ਨਹੀਂ ਬਾਣੀ ਪੜਨ ਦਾ। ਸਤਿਗੁਰੂ ਕਹਿੰਦੇ ਜਿੰਨੇ ਤੂੰ ਕੰਮ ਕਰਦਾ ਸਾਰੇ ਤੇਰੇ ਵਿਅਰਥ ਵਾ, ਤੈਨੂੰ ਉਹ ਕੰਮ ਕਰਨ ਵਾਸਤੇ ਥੋੜਾ ਮਨੁੱਖ ਬਣਾਇਆ ਸੀ। ਤੈਨੂੰ ਤਾਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਨਾਲ ਮਿਲਣ ਵਾਸਤੇ ਇਹ ਇੱਕ ਅਵਸਰ ਦਿੱਤਾ ਸੀ, ਇਹ ਮੌਕਾ ਦਿੱਤਾ ਸੀ ਵੀ ਆ ਮਨੁੱਖ ਬਣ ਕੇ ਤੂੰ ਬੰਦਗੀ ਕਰਕੇ ਮਿਲ ਸਕਦਾ ਮੇਰੇ ਨਾਲ ਆ ਕੇ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਕਿਵੇਂ ਸਾਰੇ ਕੰਮ ਵਿਅਰਥਾ ਜਿਉ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਕਹਿੰਦੇ ਸੂਮ ਨੂੰ, ਕੰਜੂਸ ਨੂੰ। ਜਿਵੇਂ ਸਤਿਗੁਰੂ ਕਹਿੰਦੇ ਵੀ ਕੰਜੂਸ ਬੰਦੇ ਦੇ ਦਮੜੇ ਵਿਅਰਥ ਚਲੇ ਜਾਂਦੇ, ਉਹ ਇਕੱਠੇ ਕਰ ਕਰਕੇ ਤਹਿਆਂ ਲਾ ਲਾ ਕੇ ਜੋੜ ਕੇ ਤੇ ਰੱਖਦਾ, ਵਰਤਦਾ ਨਹੀਂ। ਉਹ ਜੋੜੇ ਹੀ ਰਹਿ ਜਾਂਦੇ ਆ, ਵਰਤੇ ਹੈ ਹੀ ਨਹੀਂ ਜ਼ਿੰਦਗੀ ਦੇ ਵਿੱਚ। ਸੂਮ ਬੰਦੇ ਨੇ, ਉਹ ਕਿਸੇ ਕੰਮ ਨਹੀਂ ਆਏ, ਉਹਦੇ ਰੁਪਈਏ ਇਸੇ ਤਰ੍ਹਾਂ ਕਹਿੰਦੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਕਾਰਜ ਜਿਹੜੇ ਉਹ ਨਿਸ਼ਫਲ। ਤੇ ਅਖੀਰ ਤੇ ਜਾ ਕੇ ਆਖਿਆ ਧੰਨ ਧੰਨ ਤੇ ਜਨ ਜਿਹੇ ਘਟ ਬਸਿਓ ਹਰ ਨਾਓ, ਨਾਨਕ ਤਾ ਕਹਿ ਬਲ ਬਲ ਜਾਓ। ਉਹ ਮਨੁੱਖ ਧੰਨ ਧੰਨ ਵਾ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ, ਤੇ ਉਹਨਾਂ ਤੋਂ ਸਦਕੇ ਜਾਈਏ, ਉਹਨਾਂ ਤੋਂ ਬਲਿਹਾਰ ਜਾਈਏ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਇਸ ਸਰੀਰ ਨੂੰ ਕਿ ਤੂੰ ਜਿਸ ਵਾਸਤੇ ਸੰਸਾਰ ਵਿੱਚ ਆਇਆ ਹੈ, ਕੀ ਤੂੰ ਉਹ ਕਰਮ ਕਮਾਇਆ ਹੈ? ਉਹ ਕਰਮ ਹੈ ਵਾਹਿਗੁਰੂ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨਾ। ਪਰ ਉਹ ਕਰਮ ਤੂੰ ਕਮਾ ਨਹੀਂ ਰਿਹਾ ਹੈ। ਜਨ ਹਰ ਤੇਰਾ ਰਚਨ ਰਚਿਆ, ਜਿਸ ਹਰੀ ਨੇ, ਪਰਮੇਸ਼ਰ ਵਾਹਿਗੁਰੂ ਜੀ ਨੇ ਸਰੀਰਾ ਤੇਰਾ ਰਚਨ ਰਚਿਆ ਹੈ, ਤੈਨੂੰ ਰਚਿਆ ਹੈ, ਤੇਰੇ ਸਰੀਰ ਦੀ ਘਾੜਤ ਘੜੀ ਹੈ, ਤੈਨੂੰ ਸਿਰਜਿਆ ਹੈ। ਸੋ ਹਰ ਮਨ ਨਾ ਵਸਾਇਆ, ਇਹ ਮੇਰਿਆ ਸਰੀਰਾ ਜਿਸ ਨੇ ਤੇਰੀ ਰਚਨਾ ਰਚੀ, ਉਸ ਹਰੀ ਨੂੰ ਤੂੰ ਮਨ ਵਿੱਚ ਹੀ ਨਹੀਂ ਵਸਾਇਆ। ਉਸ ਵਾਹਿਗੁਰੂ ਦੇ ਇਹ ਵੱਡੇ ਤੇਰੇ ਉੱਤੇ ਕੀਤੇ ਹੋਏ ਪਰਉਪਕਾਰ ਦਾ ਤੂੰ ਚੇਤਾ ਹੀ ਨਹੀਂ ਕੀਤਾ। ਤੂੰ ਤਾਂ ਮਨ ਵਿੱਚ ਹੋਰ ਹੀ ਕਈ ਕੁਝ ਵਸਾ ਕੇ ਬੈਠਾ ਹੈ, ਹੋਰ ਹੀ ਕਈਆਂ ਨੂੰ ਵਸਾਇਆ ਹੋਇਆ ਹੈ। ਪਰ ਜਿਸ ਨੇ ਤੈਨੂੰ ਬਣਾਇਆ, ਤੇਰੇ ਸਰੀਰ ਦੀ ਘਾੜਤ ਘੜੀ, ਫਿਰ ਸਰੀਰ ਦੇ ਵਿੱਚ ਉਹਨੇ ਜਾਨ ਪਾ ਕੇ ਤੇ ਤੈਨੂੰ ਸੰਸਾਰ 'ਚ ਭੇਜਿਆ। ਤੇਰੇ ਅੰਦਰ ਆਪਣੀ ਜੋਤ ਰੱਖ ਕੇ, ਇਸ ਪਿੰਡ ਦੇ ਵਿੱਚ ਜੀਓ ਨੂੰ ਰੱਖ ਕੇ ਤੇ ਸੰਸਾਰ ਦੇ ਵਿੱਚ ਤੈਨੂੰ ਜਨਮ ਦੇ ਕੇ ਭੇਜਿਆ। ਜਿਸ ਨੇ ਤੇਰੀ ਰਚਨਾ ਰਚੀ, ਤੇਰੀ ਘਾੜਤ ਘੜੀ, ਤੈਨੂੰ ਸਿਰਜਿਆ, ਤੇ ਆਪਣੇ ਸਿਰਜਣਹਾਰ ਨੂੰ ਤੂੰ ਮਨ ਵਿੱਚ ਹੀ ਨਹੀਂ ਵਸਾਇਆ। ਇਸੇ ਨੂੰ ਮਹਾਰਾਜ ਨੇ ਸੁਖਮਨੀ ਸਾਹਿਬ ਚ ਆਖਿਆ ਕਿ ਪ੍ਰਭੂ ਦੇ ਪਰਉਪਕਾਰਾਂ ਨੂੰ ਤੂੰ ਭੁੱਲ ਹੀ ਗਿਆ ਹੈ। ਚੇਤੇ ਕਰ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭੇ ਅਗਨ ਮਹਿ ਜਿਨਹਿ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਜੈ। ਸੋ ਹਰ ਮਨ ਨਾ ਵਸਾਇਆ, ਉਸ ਹਰੀ ਨੂੰ ਤੂੰ ਮਨ ਵਿੱਚ ਹੀ ਨਹੀਂ ਵਸਾਇਆ। ਤੇ ਭਗਤਾਂ ਨੇ ਕਹਿ ਦਿੱਤਾ ਕਿ ਮਨੁੱਖਾ ਜਨਮ ਪ੍ਰਾਪਤ ਕੀਤਾ ਤਾਂ ਹੀ ਸਫਲਾ ਹੈ, ਤਾਂ ਹੀ ਸਮਝ ਵੀ ਮੈਂ ਮਨੁੱਖ ਹਾਂ ਜੇ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਹੈ, ਜੇ ਸੇਵਾ ਸਿਮਰਨ ਕਰਦਾ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਤਾਂ ਜਾਣ ਵੀ ਇਹ ਮਨੁੱਖਾ ਦੇ ਮੈਂ ਪ੍ਰਾਪਤ ਕੀਤੀ ਹੈ। ਜੇ ਗੁਰੂ ਦੀ ਭਗਤੀ ਕਰੇ, ਗੁਰੂ ਦੀ ਸੇਵਾ ਕਰੇ ਤੇ ਭਗਤੀ ਦੀ ਕਮਾਈ ਕਰੇ। ਜੇ ਗੁਰੂ ਕੀ ਸੇਵਾ ਨਹੀਂ, ਭਗਤੀ ਨਹੀਂ ਤੂੰ ਕਮਾਈ, ਤੇ ਫਿਰ ਮਨੁੱਖਾ ਜਨਮ ਵੀ ਪ੍ਰਾਪਤ ਕਰਕੇ ਮਹਾਰਾਜ ਕਹਿੰਦੇ ਫਿਰ ਬਾਕੀ ਜੂਨਾਂ ਦੇ ਤੋਲੀਆਂ ਤੋਂ। ਜਿਵੇਂ ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੇ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਸ ਲੋਕ ਪਰਚਾਵੇ ਦੇ ਕੰਮ ਕਰਦਾ ਰਹਿੰਦਾ, ਲੋਕਾਂ ਨੂੰ ਖੁਸ਼ ਕਰਨ ਦੇ, ਪਰ ਕਰਤੂਤਾਂ ਹੋਰ ਹੀ ਕਰਦਾ ਹੈ ਮਨੁੱਖ। ਸਤਿਗੁਰੂ ਕਹਿੰਦੇ ਪਸ਼ੂ ਮਿਲਹਿ ਚੰਗਿਆਈਆਂ, ਫਿਰ ਤੇਰੇ ਨਾਲੋਂ ਪਸ਼ੂ ਵੀ ਚੰਗੇ, ਉਹ ਦੁੱਧ ਤਾਂ ਦਿੰਦੇ ਨਾ ਘੱਟੋ ਘੱਟ।
ਤੂੰ ਤਾਂ ਗੰਦਗੀ ਪਾਉਣਾ। ਸਤਿਗੁਰਾਂ ਨੇ ਆਖਿਆ ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਸਤਿਗੁਰੂ ਕਹਿੰਦੇ ਸੋ ਹਰ ਮਨ ਨਾ ਵਸਾਇਆ। ਜਿਸ ਵਾਹਿਗੁਰੂ ਨੇ ਤੈਨੂੰ ਬਣਾਇਆ, ਤੈਨੂੰ ਸਿਰਜਿਆ, ਸੋ ਹਰ ਮਨ ਨਾ ਵਸਾਇਆ। ਉਸ ਹਰੀ ਨੂੰ ਤੂੰ ਆਪਣੇ ਮਨ ਦੇ ਵਿੱਚ ਹੀ ਨਹੀਂ ਵਸਾਇਆ, ਉਸ ਪ੍ਰਭੂ ਨੂੰ ਤੂੰ ਚੇਤੇ ਹੀ ਨਹੀਂ ਕੀਤਾ। ਤੇ ਜੇ ਹੁਣ ਨਹੀਂ ਚੇਤੇ ਕਰਦਾ ਤੇ ਕਦੋਂ ਕਰੇਗਾ? ਬੰਦਾ ਬਚਪਨ ਦੇ ਵਿੱਚ ਜਦੋਂ ਹੈ ਨਾ, ਤੇ ਮਾਤਾ ਪਿਤਾ ਕਹਿ ਦਿੰਦੇ ਉਸ ਵੇਲੇ, ਜੇ ਤਾਂ ਸਿਆਣੇ ਮਾਤਾ ਪਿਤਾ ਹੋਣ, ਮਾਤਾ ਪਿਤਾ ਦਾ ਵੀ ਫਰਜ਼ ਹੁੰਦਾ ਆਪਣੇ ਬੱਚਿਆਂ ਨੂੰ ਨਾਮ ਨਾਲ ਜੋੜਨਾ, ਬਾਣੀ ਨਾਲ ਜੋੜਨਾ। ਫਿਰ ਤਾਂ ਉਹ ਆਪ ਵੀ ਨਾਮ ਨਾਲ ਜੁੜਦੇ ਤੇ ਬੱਚਿਆਂ ਨੂੰ ਵੀ ਜੋੜਦੇ। ਨਹੀਂ ਤੇ ਮਾਤਾ ਪਿਤਾ ਹੀ ਕਹਿ ਦਿੰਦੇ ਵੀ ਹਾਲੇ ਤਾਂ ਜੀ ਹੁਣੇ ਕਿਉਂ ਇਹਨਾਂ ਤੇ ਬੋਝ ਪਾਉਣਾ ਵਾ, ਇਹ ਬੱਚੇ ਤਾਂ ਹਾਲੇ ਛੋਟੇ ਹੀ ਆ, ਸਕੂਲ ਦੀਆਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲੈਣ, ਪਰ ਜੇ ਨਾਮ ਜਪਣ ਦੀ ਗੱਲ ਹੈ ਤੇ ਬਾਣੀ ਪੜ੍ਹਨ ਦੀ ਗੱਲ ਹੈ, ਤੇ ਮਾਪੇ ਵੀ ਕਈ ਕਹਿ ਦਿੰਦੇ ਆ ਇਹਨਾਂ ਦੇ ਸਿਰ ਤੇ ਤਾਂ ਅੱਗੇ ਸਕੂਲ ਦੀਆਂ ਕਿਤਾਬਾਂ ਦਾ ਬੜਾ ਬੋਝ ਹੈ, ਤੇ ਬਾਣੀ ਪੜ੍ਹਨ ਦਾ ਬੋਝ ਇਹਨਾਂ ਤੇ ਕੀ ਪਾਉਣਾ। ਬਾਣੀ ਪੜ੍ਹਨ ਦਾ ਬੋਝ ਨਹੀਂ, ਬਾਣੀ ਪੜ੍ਹਦੇ ਆ ਤੇ ਬੋਝ ਲੱਥਣੇ ਆ। ਜਨਮਾਂ ਜਨਮਾਤਰਾ ਦਾ ਬੋਝ ਲੱਥਣ ਜੇ ਬਾਣੀ ਪੜ੍ਹਨ ਲੱਗ ਪਈਏ, ਨਾਮ ਜਪਣ ਲੱਗ ਪਈਏ। ਬਚਪਨ ਖੇਡਾਂ 'ਚ ਹੀ ਗੁਜ਼ਰ ਗਿਆ, ਤੇ ਜਵਾਨ ਹੋਇਆ ਤੇ ਭੱਜ ਦੌੜ ਵਿੱਚ, ਵਿਸ਼ੇ ਵਿਕਾਰਾਂ ਵਿੱਚ ਜਵਾਨੀ ਗੁਜ਼ਰ ਗਈ। ਬਿਰਧ ਅਵਸਥਾ ਹੋਈ ਤੇ ਚਿੰਤਾ ਦੇ ਵਿੱਚ ਹੀ ਗਰਸਿਆ ਰਹਿੰਦਾ, ਚਿੰਤਾ 'ਚ ਗੁਜ਼ਰ ਗਈ। ਇਸੇ ਨੂੰ ਮਹਾਰਾਜ ਨੇ ਆਖਿਆ ਬਾਲ ਜਵਾਨੀ ਔਰ ਬਿਰਧ ਪੁੰਨ ਤੀਨ ਅਵਸਥਾ ਜਾਣ। ਤਿੰਨ ਮੌਕੇ ਮਿਲੇ ਸੀ ਬੰਦਿਆਂ ਤੈਨੂੰ ਜ਼ਿੰਦਗੀ ਵਿੱਚ, ਇੱਕ ਬਚਪਨ ਦਾ, ਇੱਕ ਜਵਾਨੀ ਦਾ, ਇੱਕ ਬਿਰਧ ਅਵਸਥਾ ਦਾ। ਪਰ ਤੂੰ ਸੰਸਾਰੀ ਹੋਰ ਹੀ ਮਾਣ ਖੱਟਦਾ ਰਿਹਾ ਤੇ ਪ੍ਰਭੂ ਦਾ ਨਾਮ ਨਹੀਂ ਜਪਿਆ। ਨਾਮ ਤੋਂ ਬਿਨਾਂ ਤਿੰਨੇ ਅਵਸਥਾ ਵਿਅਰਥ ਜਾਣ ਲਾ, ਤੇ ਜਿੰਨਾ ਦੁਨੀਆ ਦਾ ਹੋਰ ਮਾਣ ਸਨਮਾਨ ਖੱਟਿਆ ਉਹ ਵੀ ਵਿਅਰਥ ਹੀ ਜਾਣ ਲਾ ਜੇ ਤੂੰ ਨਾਮ ਨਹੀਂ ਜਪਿਆ। ਬਾਲ ਜਵਾਨੀ ਔਰ ਬਿਰਧ ਪੁੰਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤਿੰਨੇ ਅਵਸਥਾ ਨੂੰ ਵਿਅਰਥ ਮੰਨ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਪੇ ਸਾਹ, ਦਸਵੇਂ ਦੱਦਾ ਹੁਆ ਸਵਾਹ, ਗਏ ਸੇ ਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਈ ਰਾਹ, ਆਇਆ ਗਿਆ ਮੋਇਆ ਨਾਉ, ਪਿਛੈ ਪੱਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਭਗਤਾਂ ਨੇ ਆਖਿਆ ਜੇ ਹੁਣ ਨਾ ਜਪੇਗਾ ਤੇ ਕਦੋਂ ਜਪੇਗਾ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹੀ ਨੂੰ ਤੇ ਦੇਵਤੇ ਵੀ ਲੋਚਦੇ ਆ, ਤੇ ਤੈਨੂੰ ਇਹ ਮਨੁੱਖਾ ਸਰੀਰ, ਮਨੁੱਖਾ ਦੇਹ ਮਿਲੀ ਆ, ਤੇ ਤੈਨੂੰ ਭਜਨ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ। ਇਹ ਸਰੀਰ ਸਫਲਾ ਹੋਵੇ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਜੇ ਹੁਣ ਨਹੀਂ ਭਜਨ ਕਰੇਗਾ ਤੇ ਕਦੋਂ ਭਜਨ ਕਰੇਗਾ। ਤੇ ਬੰਦਾ ਕਈ ਵਾਰੀ ਕਹਿੰਦਾ ਜੀ ਹਾਲੇ ਤੇ ਖਾਣ ਪੀਣ ਦਾ ਹੀ ਸਮਾਂ ਹੈ, ਹਾਲੇ ਤੇ ਸੰਸਾਰ ਦੇ ਮੌਜ ਮੇਲੇ ਵੇਖਣ ਦਾ ਹੀ ਸਮਾਂ ਹੈ, ਕੋਨੀ ਅਖੀਰ ਤੇ ਗਾਂਹ ਜਾ ਕੇ ਸਿੱਖੀ ਧਾਰਨ ਕਰਾਂਗੇ, ਗਾਂਹ ਜਾ ਕੇ ਜਪ ਕਰਾਂਗੇ। ਇਸ ਤਰ੍ਹਾਂ ਹੀ ਕਹਿੰਦਾ ਰਹਿੰਦਾ ਕਈ ਵਾਰ, ਤੇ ਸਮਾਂ ਗੁਜ਼ਰ ਜਾਂਦਾ ਛਿਣ ਛਿਣ ਕਰਦਿਆਂ। ਛਿਣ ਛਿਣ ਯੌਧ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਤੇ ਭਗਤਾਂ ਨੇ ਆਖਿਆ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਤੈਨੂੰ ਬਿਰਧ ਅਵਸਥਾ ਦਾ ਰੋਗ ਨਹੀਂ ਆਇਆ ਉਹਨਾਂ ਚਿਰ ਤੂੰ ਭਜਨ ਕਰ ਸਕਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨਾ ਚਿਰ ਕਾਲ ਨੇ ਤੇਰੀ ਕਾਇਆ ਦੀ ਗਰਾਈ ਨਹੀਂ ਭਰ ਲਈ, ਬੁਰਕੀ ਨਹੀਂ ਬਣਾ ਲਈ ਤੇਰੀ ਕਾਇਆ ਦੀ, ਜਿੰਨਾ ਚਿਰ ਤੇਰੀ ਕਾਇਆ ਨੂੰ ਕਾਲ ਨੇ ਗ੍ਰਸ ਨਹੀਂ ਲਿਆ, ਮੌਤ ਨੇ ਗ੍ਰਸ ਨਹੀਂ ਲਿਆ, ਸਮੇਂ ਨੇ ਗ੍ਰਸ ਨਹੀਂ ਲਿਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ। ਬਾਣੀ ਇੱਥੇ ਨਾਮ ਹੈ ਰਸਨਾ ਦਾ। ਜਿੰਨਾ ਚਿਰ ਤੇਰੀ ਰਸਨਾ ਵਿਆਕੁਲ ਨਹੀਂ ਹੋਈ, ਭਾਵ ਤੇਰੀ ਰਸਨਾ, ਤੇਰੀ ਜੀਭ ਕੰਮ ਕਰਦੀ, ਤੂੰ ਬੋਲ ਸਕਦਾ ਹੈ, ਤੇ ਤੇਰੀ ਰਸਨਾ ਕੰਮ ਕਰਦੀ ਹੈ ਜਿੰਨਾ ਚਿਰ ਉਨਾ ਚਿਰ ਹੀ ਬੋਲ ਸਕੇਗਾ ਨਾ।
ਜਦੋਂ ਰਸਨਾ ਹੀ ਜਵਾਬ ਦੇ ਗਈ, ਬੋਲਿਆ ਹੀ ਨਾ ਗਿਆ, ਫਿਰ ਕਿਵੇਂ ਵਾਹਿਗੁਰੂ ਬੋਲੇਗਾ? ਫਿਰ ਕਿਵੇਂ ਮੂਲ ਮੰਤਰ ਬੋਲੇਗਾ? ਫਿਰ ਕਿਵੇਂ ਨਿਤਨੇਮ ਕਰੇਗਾ? ਹੁਣ ਜੀਵ ਚੱਲਦੀ, ਰਸਨਾ ਚੱਲਦੀ, ਇਹਦੇ ਤੋਂ ਕੰਮ ਲੈ। ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਿਗ ਪਾਣੀ। ਮੇਰੇ ਮਨਾ ਸਾਰਿਗ ਪਾਣੀ, ਪਰਮੇਸ਼ਰ ਦਾ ਸਿਮਰਨ ਕਰ। ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਭਾਈ ਗੁਰਦਾਸ ਸਾਹਿਬ ਜੀ ਨੇ 3 ਉਦਾਹਰਨਾਂ ਦਿੱਤੀਆਂ। ਕਹਿੰਦੇ ਵੀ ਬੰਦਾ ਕਹਿੰਦਾ ਕੋਈ ਨਹੀਂ, ਜਪ ਲਾਂਗੇ ਨਾਮ, ਪਰ ਧੰਦਿਆਂ ਦੇ ਵਿੱਚ, ਮਾਇਆ ਦੇ ਵਿੱਚ ਗੁਲਤਾਨ ਹੋਏ ਦੀ ਸਾਰੀ ਉਮਰ ਲੰਘ ਜਾਂਦੀ ਹੈ। ਕਹਿੰਦੇ ਅੰਤ ਵੇਲੇ ਕਿਵੇਂ ਨਾਮ ਨਾਲ ਜੁੜੇਗਾ ਇਹ? ਭਾਈ ਸਾਹਿਬ ਕਹਿੰਦੇ ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਜਿਵੇਂ ਅਚਨਚੇਤ ਅੱਧੀ ਰਾਤ ਕਿਸੇ ਦੇ ਘਰ ਦੇ ਵਿੱਚ ਅੱਗ ਲੱਗ ਜਾਵੇ, ਉਸ ਵੇਲੇ ਉੱਠ ਕੇ ਬੰਦਾ ਤੇ ਕਈ ਫੜ ਕੇ ਤੇ ਆਖੇ ਮੈਂ ਹੁਣ ਖੂਹ ਪੁੱਟਾਂ, ਤੇ ਖੂਹ ਪੁੱਟ ਕੇ ਪਾਣੀ ਕੱਢਾਂ ਤੇ ਲੱਗੀ ਹੋਈ ਅੱਗ ਦੇ ਉੱਤੇ ਪਾ ਕੇ ਅੱਗ ਨੂੰ ਬੁਝਾਵਾਂ। ਕਹਿੰਦੇ ਕਿਵੇਂ ਖੂਹ ਪੁੱਟੇਗਾ ਤੇ ਕਿਵੇਂ ਪਾਣੀ ਕੱਢੇਗਾ ਤੇ ਕਿਵੇਂ ਅੱਗ ਬੁਝਾਵੇਗਾ? ਉਧਰੋਂ ਕਹਿੰਦੇ ਜੰਗ ਲੱਗਾ ਹੈ ਤੇ ਉਸ ਵੇਲੇ ਆਖੇ ਵੀ ਮੈਨੂੰ ਹੁਣ ਇੱਕ ਨਾ ਸ਼ਸਤਰ ਵਿਦਿਆ ਸਿੱਖ ਲੈ ਦੋ, ਮੈਨੂੰ ਤਾਂ ਹਥਿਆਰ ਚਲਾਉਣੇ ਨਹੀਂ ਆਉਂਦੇ, ਮੈਂ ਸਿੱਖ ਲਵਾਂ ਹੁਣ। ਕਹਿੰਦੇ ਉਧਰੋਂ ਜੰਗ ਲੱਗਾ ਹੈ, ਉਧਰੋਂ ਵੀ ਆਖੇ ਮੈਂ ਟ੍ਰੇਨਿੰਗ ਲੈ ਲਵਾਂ ਹਥਿਆਰਾਂ ਦੀ, ਤੇ ਉਸ ਮੌਕੇ ਤੇ ਹਥਿਆਰਾਂ ਨੂੰ ਸਿੱਖ ਕੇ ਕਿਵੇਂ ਚਲਾਵੇਗਾ ਤੇ ਕਿਵੇਂ ਜਿੱਤ ਹਾਸਲ ਕਰੇਗਾ? ਫਿਰ ਕਹਿੰਦੇ ਕੁਝ ਬੰਦੇ ਯਾਤਰਾ ਤੇ ਜਾ ਰਹੇ ਸੀ, ਰਾਤ ਨੂੰ ਕਿਤੇ ਸੁੱਤੇ, ਉਹਨਾਂ ਵਿੱਚੋਂ ਬਾਕੀ ਸਾਰੇ ਉੱਠ ਕੇ ਵੇਲੇ ਨਾਲ ਤੁਰ ਪਏ ਤੇ ਇੱਕ ਸੁੱਤਾ ਹੀ ਰਹਿ ਗਿਆ। ਜਿਹੜਾ ਸੁੱਤਾ ਹੀ ਰਹਿ ਗਿਆ ਨਾ, ਉਹ ਜਦੋਂ ਸੂਰਜ ਜਿਹਾ ਚੜ੍ਹਿਆ ਤੇ ਅੱਖਾਂ ਮਲਦਾ ਉੱਠਿਆ ਤੇ ਫਿਰ ਆਪਣਾ ਖਿਲਰਿਆ ਹੋਇਆ ਸਾਜੋ ਸਮਾਨ ਇਕੱਠਾ ਕਰਕੇ ਬੰਨ੍ਹਦਾ ਵਾ ਬੋਰੀ ਬਿਸਤਰਾ, ਤੇ ਬੰਨ੍ਹ ਕੇ ਉਹ ਤੁਰਿਆ। ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਦੇ ਤੁਰੇ ਆਏ, ਸੂਰਜ ਚੜ੍ਹੇ ਜਿਹੜਾ ਤੁਰਿਆ ਹੈ ਉਹਦੇ ਨਾਲ ਕਿਵੇਂ ਉਹਨਾਂ ਆਪਣੇ ਸਾਥੀਆਂ ਦੇ ਨਾਲ ਮਿਲ ਸਕਦਾ ਹੈ? ਰਹਿ ਗਿਆ ਪਿੱਛੇ। ਇਹ 3 ਉਦਾਹਰਨਾਂ ਦਿੱਤੀਆਂ। ਜੈਸੇ ਘਰ ਲੱਗ ਗਏ ਆਗ, ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਰੋਣਾ ਪਛਤਾਉਣਾ ਕਹਿੰਦੇ ਪੱਲੇ ਪੈ ਜਾਂਦਾ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਉਧਰੋਂ ਜੰਗ ਲੱਗਾ ਉਦੋਂ ਸੂਲਮਿਆਂ ਵਾਲੀ ਸ਼ਸਤਰ ਚਲਾਉਣ ਦੀ ਵਿਦਿਆ ਸਿੱਖਣੀ ਚਾਹੇ। ਅਣਥਾ ਉਦਮ ਜੈਤ ਪਦਵੀ ਨਾ ਪਾਈ ਹੈ, ਭਾਵੇਂ ਉਦੋਂ ਉਦਮ ਵੀ ਕਰੇ ਪਰ ਉਦੋਂ ਦਾ ਕੀਤਾ ਹੋਇਆ ਉਦਮ ਵੀ ਇਹਦਾ ਵਿਅਰਥ ਚਲੇ ਜਾਂਦਾ ਹੈ, ਜਿੱਤ ਦੀ ਪਦਵੀ ਨਹੀਂ ਪ੍ਰਾਪਤ ਕਰਦਾ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਸ਼ੇ ਭੋਰ ਭਏ ਭਾਰ ਬਾਂਧ ਚੱਲੇ ਕਤ ਜਾਈਏ। ਜਿਵੇਂ ਸਾਥੀ ਪਹਿਲੋਂ ਹੀ ਉੱਠ ਕੇ ਚਲੇ ਗਏ ਤੇ ਬਾਅਦ ਵਿੱਚ ਦਿਨ ਚੜੇ ਤੋਂ ਭਾਰ ਬੰਨ ਕੇ ਤੁਰਦਾ, ਮਗਰ ਕਿਵੇਂ ਉੱਥੇ ਪਹੁੰਚੇਗਾ? ਤੈਸੇ ਮਾਇਆ ਧਨ ਦੇ ਆਂਦੇ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ। ਇਸੇ ਤਰ੍ਹਾਂ ਮਾਇਆ ਦੇ ਧੰਦਿਆਂ ਦੇ ਵਿੱਚ ਗਲਤਾਨ ਹੋਏ ਆ, ਸਾਰੀ ਉਮਰ ਬੰਦੇ ਦੀ ਗੁਜ਼ਰ ਜਾਂਦੀ ਆ। ਇਹ ਕਹਿੰਦਾ ਕੋਨੀ ਅਖੀਰ ਤੇ ਨਾਮ ਜਪ ਲਵਾਂਗੇ। ਕਹਿੰਦੇ ਅੰਤ ਵੇਲੇ ਕਿਵੇਂ ਨਾਮ ਜਪੇਗਾ? ਕਿਉਂਕਿ ਇਹਨੂੰ ਇਹ ਅਵਸਰ ਹੀ ਇਹ ਮਿਲਿਆ ਸੀ ਪ੍ਰਭੂ ਦਾ ਨਾਮ ਜਪਣ ਵਾਸਤੇ, ਮਨੁੱਖਾ ਸਰੀਰ ਹੀ ਇਸ ਕਰਕੇ ਮਿਲਿਆ ਸੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹਿ ਬਾਰ, ਜਿਉਂ ਬਣ ਫਲ ਪਾ ਕੇ ਭੁੱਲ ਗਿਰਹਿ ਬਹੁਰ ਨਾ ਲੱਗਹਿ ਡਾਰ। ਤਾਂ ਸਤਿਗੁਰੂ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਮੇਰਿਆ ਸਰੀਰਾ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ, ਤੇਰੀ ਰਚਨਾ ਰਚੀ, ਉਸ ਹਰੀ ਨੂੰ ਤੂੰ ਮਨ ਵਿੱਚ ਹੀ ਨਹੀਂ ਵਸਾਇਆ ਹੈ। ਗੁਰ ਪ੍ਰਸਾਦਿ ਹਰ ਮਨ ਵਸਿਆ। ਪਰ ਜਿਨ੍ਹਾਂ ਸਰੀਰਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ, ਉਹਨਾਂ ਸਰੀਰਾਂ ਨੇ ਫਿਰ ਹਰੀ ਪਰਮੇਸ਼ਰ ਨੂੰ ਮੰਨਿਆ ਤੇ ਹਰੀ ਵਾਹਿਗੁਰੂ ਜੀ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਿਆ। ਗੁਰੂ ਕੀ ਕਿਰਪਾ ਦਾ ਸਦਕਾ ਪੂਰਬ ਲਿਖਿਆ ਪਾਇਆ। ਪਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਭਾਈ ਇਹ ਪੂਰਬਲਾ ਲੇਖ ਵੀ ਕੰਮ ਕਰਦਾ ਹੈ। ਪੂਰਬਲਾ ਲਿਖਿਆ ਹੋਇਆ ਲੇਖ ਭਾਗ ਵੱਡੇ ਹੋਏ ਤਾਂ ਗੁਰੂ ਦੀ ਪ੍ਰਾਪਤੀ ਹੋਈ ਤੇ ਫਿਰ ਗੁਰੂ ਕੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਿਆ। ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਇਆ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹ ਜਿਹੜਾ ਸਰੀਰ ਹੈ ਪ੍ਰਵਾਨ ਹੋਇਆ।
ਜਿਸ ਸਰੀਰ ਦੇ ਉੱਤੇ ਗੁਰੂ ਕੀ ਕਿਰਪਾ ਹੋਈ, ਜਿਸ ਸਰੀਰ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਵਸ ਗਿਆ, ਤੇ ਉਹ ਫਿਰ ਸਰੀਰ ਪ੍ਰਵਾਨ ਹੋਇਆ। ਜਿਨ ਸਤਿਗੁਰ ਸਿਓ ਚਿਤ ਲਾਇਆ। ਜਿਸ ਸਰੀਰ ਨੇ ਸਤਿਗੁਰੂ ਜੀ ਦੇ ਨਾਲ ਆਪਣਾ ਚਿੱਤ ਲਾ ਲਿਆ, ਆਪਣਾ ਚਿੱਤ ਜੋੜਿਆ, ਉਹ ਸਰੀਰ ਭਾਈ ਪ੍ਰਵਾਨ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡਾ ਸਰੀਰ ਤਾਂ ਹੀ ਪ੍ਰਵਾਨ ਹੋਵੇਗਾ, ਤਾਂ ਹੀ ਸਫਲਾ ਹੋਵੇਗਾ, ਜੇ ਅਸੀਂ ਸਤਿਗੁਰੂ ਜੀ ਦੇ ਨਾਮ ਨਾਲ ਚਿੱਤ ਜੋੜੀਏ, ਸਤਿਗੁਰੂ ਜੀ ਦੀ ਬਾਣੀ ਦੇ ਨਾਲ ਚਿੱਤ ਜੋੜੀਏ, ਸਤਿਗੁਰੂ ਜੀ ਦਾ ਨਾਮ ਜਪੀਏ ਬਖਸ਼ਿਆ ਹੋਇਆ, ਫਿਰ ਇਹ ਸਰੀਰ ਪ੍ਰਵਾਨ ਹੋ ਜਾਵੇਗਾ, ਸਫਲਾ ਹੋ ਜਾਵੇਗਾ। ਕਿਉਂਕਿ ਇਹਦਾ ਮੁੱਖ ਮਕਸਦ ਹੀ ਇਹ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰ ਕਾਲ ਪਿਛੇ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਸਤਿਗੁਰੂ ਕਹਿੰਦੇ ਵਾਹਿਗੁਰੂ ਨਾਲ ਮਿਲਣ ਦੀ ਵਾਰੀ ਹੈ। ਮਿਲ ਤਾਂ ਹੀ ਸਕਦਾ ਹੈ ਗੁਰੂ ਕਾ ਉਪਦੇਸ਼, ਆਪਣੇ ਹਿਰਦੇ ਵਸਾ ਤੇ ਨਾਮ ਬਾਣੀ ਨਾਲ ਜੋੜ, ਤਾਂ ਇਹ ਸਰੀਰ ਸਫਲਾ ਹੋਵੇਗਾ। ਸਤਿਗੁਰੂ ਜੀ ਨੇ 35ਵੀਂ ਪੌੜੀ ਦੇ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣਿਆ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਗੁਰ ਪ੍ਰਸਾਦਿ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।